ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਹਮੀਤ ਸਿੰਘ ਸੀਨੀਅਰ ਜਰਨਲਿਸਟ ਸੰਪਾਦਕ ਪੰਜਾਬ ਟੈਲੀਵਿਜ਼ਨ। ਇਹਨਾਂ ਦੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ ਇੰਡੀਅਨ ਐਕਸਪ੍ਰੈਸ ਤੋਂ, ਔਰ ਇਹਨਾਂ ਦੇ ਨਾਲ ਸਰਦਾਰ ਜਸਪਾਲ ਸਿੰਘ ਸਿੱਧੂ ਜੀ UNI ਤੋਂ। ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ। ਧੰਨਵਾਦ, ਸ਼ੁਕਰੀਆ ਜੀ। ਪੰਜਾਬ ਦੀ ਰਾਜਨੀਤੀ ਨੂੰ ਨਿਰਧਾਰਤ ਕਰਨ ਵਾਲਾ ਸਭ ਤੋਂ ਅਹਿਮ ਮਾਮਲਾ ਬੇਅਦਬੀ, ਇਹਦੇ ਉੱਤੇ ਅੱਜ ਦੇ ਦਿਨ ਦੇ ਵਿੱਚ ਵੀ ਵੱਡੀ ਬਹਿਸ ਆ। ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਬਹੁਤ ਅਹਿਮ ਗੱਲ ਕਰ ਰਿਹਾ ਔਰ ਕਹਿੰਦੇ ਅਸੀਂ ਇਹਨੂੰ ਰੀਰਾਈਟ ਕੀਤਾ, ਇਹਨੂੰ ਸਮਝਣ ਦਾ ਯਤਨ ਕਰਦੇ ਆ। ਉਹ 2 ਸਾਲ ਅਕਾਲੀਆਂ ਦੇ ਤੇ ਉਸ ਤੋਂ ਬਾਅਦ 5 ਸਾਲ ਕੈਪਟਨ ਅਮਰਿੰਦਰ ਸਿੰਘ ਦੇ, ਉਹਦਾ ਜ਼ਿਕਰ ਕਰਦੇ ਆ। ਕਹਿੰਦੇ ਆ ਕਿ ਅਸੀਂ ਇਹਨੂੰ ਮੁੜ ਕੇ ਲਿਖਿਆ, ਰੀਰਾਈਟ ਕੀਤਾ ਔਰ ਅਸੀਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ। ਇਹਦੇ ਕੀ ਅਰਥ ਆ? ਜਦੋਂ ਕਿ ਹਾਈ ਕੋਰਟ ਦੇ ਵਿੱਚੋਂ SIT ਬਣਾਉਣ ਲੱਗਿਆ ਕਿਹਾ ਸੀ ਕਿ ਇਹਨੂੰ ਤੁਸੀਂ ਇੰਡੀਪੈਂਡੈਂਟਲੀ ਕੰਮ ਕਰਨ ਦਿਓਗੇ, ਚ ਕੋਈ ਦਖਲਅੰਦਾਜ਼ੀ ਨਹੀਂ ਹੋਊਗੀ, ਇੱਕ ਪਹਿਲੂ। ਦੂਜਾ, ਸ਼੍ਰੋਮਣੀ ਅਕਾਲੀ ਦਲ ਇਹਦੇ ਉੱਤੇ ਕੀ ਸੋਚ ਰਿਹਾ? ਅਤ ਅਹਿਮ ਵਰਤਾਰਾ ਜਿਹਨੇ ਪ੍ਰਭਾਸ਼ਿਤ ਕਰਨਾ ਹੈ ਸਮੁੱਚੀ ਅਕਾਲੀ ਰਜੀਮ ਨੂੰ, ਉਹ ਇਹਦੇ ਤੇ ਕੀ ਸੋਚ ਰਿਹਾ? ਦੂਜਾ ਮਾਮਲਾ। ਤੀਜਾ, ਲੰਘੇ ਦਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਹਦੇ ਉੱਤੇ ਅਤ ਅਹਿਮ ਟਿੱਪਣੀ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ, ਵਿਧਾਨ ਸਭਾ ਦੇ ਫਲੋਰ ਤੇ, ਕਿ ਇਹ SIT ਕਾਂਗਰਸ ਸਰਕਾਰ ਦੀ ਬਣਾਈ, ਇਹ ਤੋਂ ਇਨਸਾਫ ਦੀ ਉਮੀਦ ਨਹੀਂ, ਨਵੀਂ ਬਣਾਓ। ਇਹ 3 ਮਾਮਲੇ ਐਡਰੈਸ ਕਰਦੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਤ ਸਿੰਘ ਜੀ, ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਲੱਬ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵੱਡੇ ਲੀਡਰ ਸਿਆਸੀ ਬਦਲਾਖੋਰੀ, ਸਿਆਸਤ ਦੀ ਗੱਲ ਕਰ ਰਹੇ ਸੀਗੇ ਤੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਇਹਦੇ ਉੱਤੇ ਅਹਿਮ ਟਿੱਪਣੀ ਕਰ ਰਹੇ ਸੀ। ਇਹਨਾਂ ਤਿੰਨਾਂ ਮਾਮਲਿਆਂ ਨੂੰ ਇੱਕ ਸ਼ੇਪ ਦੇ ਦਿਓ ਤਾਂ ਕਿ ਇਹਨੂੰ ਚਰਚਾ 'ਚ ਲਿਆਂਦਾ ਜਾ ਸਕੇ। ਅਸਲ ਦੇ ਵਿੱਚ ਕੱਲ ਪਹਿਲੀ ਵਾਰ ਕੋਰਟ ਨੇ ਜਦੋਂ ਸੰਮਣ ਕੀਤਾ ਹੈ, ਖਾਸ ਤੌਰ ਤੇ ਜਿਹੜੇ ਨਵੇਂ ਨਾਮ ਸ਼ਾਮਲ ਕੀਤੇ, ਦਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਉਹਨਾਂ ਨੇ, ਉਦੋਂ ਬਾਅਦ ਇੱਕ ਨਵੀਂ ਟਰਨ ਆ ਗਈ। ਮਤਲਬ ਇਹ ਸਾਰੇ ਮੋਰਚੇ ਮਾਮਲੇ ਦੇ ਵਿੱਚ ਸਭ ਨੂੰ ਇਹ ਲੱਗਣ ਲੱਗ ਗਿਆ, ਅਕਾਲੀ ਦਲ ਦੇ ਅੰਦਰ ਵੀ ਘਬਰਾਹਟ ਇੰਨੀ ਕੁ ਹੈ ਕਿ ਹੁਣ ਜਿੰਨਾ ਚਿਰ ਮੁਕੱਦਮਾ ਚੱਲੂਗਾ ਉਹਨਾਂ ਚਿਰ ਇਹ ਗੱਲ ਸਾਡੇ ਨਾਲ ਜੁੜ ਗਈ ਪੱਕੀ। ਦੂਸਰਾ, ਉਹ ਇਹ ਫੀਲ ਵੀ ਕਰ ਰਹੇ ਨੇ ਵੀ ਜਿਹੜਾ ਅੰਦਰ ਖਾਤੇ ਉਹਨਾਂ 'ਚ ਇੱਕ ਚਰਚਾ ਚੱਲ ਰਹੀ ਸੀ ਇਦੋਂ ਪਹਿਲਾਂ ਕਿ ਕੋਈ ਇੱਕ ਜਨਤਕ ਤੌਰ ਤੇ ਅਕਾਲ ਤਖਤ ਤੇ ਜਾ ਕੇ ਐਡਜਸਟਮੈਂਟ ਕਰਕੇ ਕਿਵੇਂ ਨਾ ਕਿਵੇਂ ਇੱਕ ਸਾਈਡ ਜਿਹੜੀ ਪਰਸੈਪਸ਼ਨ ਹੈ ਉਹਨੂੰ ਠੀਕ ਕੀਤਾ ਜਾਏ। ਤੇ ਹੁਣ ਉਹ ਫੀਲ ਇਹ ਕਰਨ ਲੱਗ ਗਏ ਨੇ, ਜਿੰਨੇ ਨਾਲ ਮੇਰੀ ਗੱਲ ਹੋਈ ਜਿਹੜੇ ਕਾਫੀ ਮਤਲਬ ਸੀਨੀਅਰ ਆਗੂ ਨੇ, ਵੀ ਲੋਕ ਹੁਣ ਇਹ ਕਹਿਣਗੇ ਵੀ ਹੁਣ ਅਕਾਲ ਤਖਤ ਤੇ ਕਿਵੇਂ ਜਾਵੇਂ, ਹੁਣ ਤਾਂ ਤੁਹਾਡਾ ਨਾਂ ਆ ਗਿਆ ਤਾਂ ਜਾ ਰਹੇ ਹੋ, ਬਾਕੀ ਚੀਜ਼ਾਂ ਹੋਰ ਹੋ ਗਈਆਂ। ਹੁਣ ਇਹ ਚੀਜ਼ ਇੱਕ ਨਵੀਂ ਹੋ ਗਈ ਹੈ ਪੈਦਾ। ਤੀਜੀ ਗੱਲ, ਇੱਕ ਚੀਜ਼ ਇੱਕ ਹੋਰ ਹੋ ਗਈ ਹੈ ਕਿ ਇਸ ਸਮੇਂ ਟੈਕਨੀਕਲ ਸਾਈਡ ਹੀ ਸੋਚਿਆ ਜਾਏ, ਪੋਲੀਟੀਕਲ ਕੋਈ ਮਤਲਬ ਸਰਗਰਮੀ ਕਰਨ ਦਾ ਜਾਂ ਇਹਦੇ ਅਗੇਂਸਟ ਹਜੇ ਫਾਹ ਨਹੀਂ ਪੈ ਰਿਹਾ, ਜਿਹਨੂੰ ਆਪਾਂ ਕਹਿੰਦੇ ਨਾ ਕਿ ਹਜੇ ਵਰਕਰ ਜਾਂ ਲੀਡਰਸ਼ਿਪ ਜਾਂ ਹੇਠਾਂ ਕੇਡਰ ਜਿਹੜਾ ਉਹਦਾ ਮਾਈਂਡ ਸੈਟ ਬਣਦਾ ਦਿਖ ਨਹੀਂ ਰਿਹਾ, ਜਿੰਨਾ ਕੁ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਕੋਈ ਗੱਲ ਕਰ ਰਹੇ ਹਾਂ ਉਸ ਪੱਧਰ ਦੇ ਉੱਤੇ। ਪਰ ਉਹ ਇਹ ਜ਼ਰੂਰ ਕਹਿੰਦੇ ਨੇ ਕਿ ਪੋਲੀਟੀਕਲ ਮੈਂਡੇਟ ਹੈ ਇਸ ਐਂਗਲ ਦਾ ਕਿ ਹਾਈ ਕੋਰਟ ਨੇ ਵੀ ਇਹ ਕਿਹਾ ਸੀ, ਉਹਨਾਂ ਦਾ ਜਿਹੜਾ ਲੌਜਿਕ ਆ ਉਹ ਇਹ ਹੈ ਕਿ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਜਿਹੜੀਆਂ ਇਹ SIT ਹੋਣਗੀਆਂ ਤੇ ਇਹ ਜਿਹੜੇ ਕੋਰਟ ਤੱਕ ਚਲਾਨ ਪੇਸ਼ ਕਰਨ ਤੱਕ ਕੋਈ ਲੀਕੇਜ ਨਹੀਂ ਹੋਏਗੀ। ਪਰ ਉਹ ਕਹਿੰਦੇ ਨੇ ਕਿ ਸਿਲੈਕਟਡ ਲੀਕੇਜ ਹੁੰਦੀ ਰਹੀ ਹੈ। ਉਹ ਇੱਥੋਂ ਤੱਕ ਵੀ ਇੱਕ ਗੱਲ ਕਰ ਰਹੇ ਨੇ ਕਿ ਸਪੀਕਰ ਵਿਧਾਨ ਸਭਾ ਨੂੰ ਕਿਵੇਂ ਪਤਾ ਲੱਗਿਆ, ਉਹ ਕਿਹੜੀ ਇਨਫੋਰਮੇਸ਼ਨ ਦੇ ਆਧਾਰ ਤੇ ਪਹਿਲਾਂ ਕਹਿੰਦੇ ਸੀ ਕਿ 28 ਫਰਵਰੀ ਤੋਂ ਪਹਿਲਾਂ ਚਲਾਨ ਪੇਸ਼ ਹੋ ਜਾਣਾ, ਅਸੀਂ ਕਰ ਦੇਣਾ, ਉਹਨੂੰ ਕੌਣ ਦੱਸ ਰਿਹਾ ਸੀ? SIT ਦੱਸ ਰਹੇ ਸੀ ਜਾਂ ਜਿਹੜਿਆਂ ਦਾ ਚੀਫ ਮਿਨਿਸਟਰ ਦਾ ਜਾਂ ਜਿਹਦਾ ਵਾਹ ਹੈ SIT ਨਾਲ ਉਹ ਦੱਸ ਰਹੇ ਸੀ? ਉਹ ਕੌਣ ਨੇ? ਮਤਲਬ ਇਹ ਸਵਾਲ ਉਹ ਇੱਕ ਰੇਜ਼ ਕਰ ਰਹੇ ਨੇ। ਦੂਸਰਾ ਸਵਾਲ ਇਹ ਵੀ ਹੈ ਉਹਦੇ ਨਾਲ ਦੀ ਨਾਲ ਫਿਰ ਅਗਲਾ ਹੋ ਰਿਹਾ ਕਿ ਜਦੋਂ ਪੰਜਾਬ ਦਾ DGP ਨੂੰ ਸਵਾਲ ਪੁੱਛਿਆ ਗਿਆ ਸੀ ਕਿ ਉਹ ਆ ਹੋ ਗਿਆ ਜੀ, DGP ਨੇ ਕਲੀਅਰ ਕੱਟ ਇਹ ਕਹਿਤਾ ਸੀਗਾ ਕਿ ਵੀ ਨਹੀਂ, ਉਹ ਤਾਂ ਕੋਰਟ ਦੇ ਰਾਹੀਂ SIT ਦਾ ਤੇ ਕੋਰਟ ਦਾ ਮਾਮਲਾ, ਮੈਂ ਉਹਦੇ ਚ ਮੇਰਾ ਕੋਈ ਦਖਲ ਨਹੀਂ ਹੈ, ਨਾ ਮੈਨੂੰ ਉਹਨਾਂ ਨੇ ਰਿਪੋਰਟ ਕਰਨਾ ਸੀ, ਨਾ ਮੈਂ ਸੁਪਰਵਾਈਜ਼ ਕਰ ਰਿਹਾ ਸੀ ਉਹਨਾਂ ਨੂੰ ਇਸ ਜਾਂਚ ਦੇ ਰੂਪ ਦੇ ਵਿੱਚ। ਤਾਂ ਫਿਰ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਹੋਮ ਮਿਨਿਸਟਰ ਵੀ ਹੈ, ਉਹ ਇਹ ਕਿਉਂ ਕਹਿ ਰਹੇ ਨੇ ਵੀ ਅਸੀਂ ਐ ਕੀਤਾ, ਅਸੀਂ ਐ ਕਰਾਤਾ, ਦੇਖੋ, ਜਾਂ ਬਾਕੀ ਚੀਜ਼ਾਂ। ਜਿਹੜੀ ਗੱਲ ਭਗਵੰਤ ਮਾਨ ਉਹਨਾਂ ਨੇ ਅੱਜ ਕਹੀ ਹੈ, ਇਹ ਗਵਰਨਰ ਐਡਰੈਸ ਦੇ ਧੰਨਵਾਦੀ ਮਤੇ ਤੇ ਜਵਾਬ ਦੇ ਰਹੇ ਸੀ, ਔਰ ਜਦੋਂ ਲਾਸਟ 'ਚ ਜਾ ਕੇ ਉਹਨਾਂ ਨੇ ਕਨਕਲੂਡ ਕਰਨ ਦੇ ਨੇੜੇ ਤੇੜੇ ਜੋ ਗੱਲ ਕੀਤੀ, ਉਹ ਇਹ ਕੀਤੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿਸ ਹੱਦ ਤੱਕ ਵੀ ਗਿਆ, ਮਤਲਬ ਇਨਸਾਫ ਜਿੰਨੀ ਵੀ ਹੱਦ ਤੱਕ ਹੋਊਗਾ ਦੇਣ ਦੀ ਕੋਸ਼ਿਸ਼ ਕਰਾਂਗੇ। ਔਰ ਨਾਲ ਦੀ ਨਾਲ ਇਹ ਹੈ ਕਿ ਪਹਿਲੀਆਂ ਸਰਕਾਰਾਂ ਨੇ ਇਹਨੂੰ ਇੰਨਾ ਉਲਝਾਤਾ ਸੀ ਮੁੱਦੇ ਨੂੰ ਕਿ ਇਹਨੂੰ ਠੀਕ ਕਰਨ 'ਚ ਟਾਈਮ ਲੱਗਿਆ, ਲਗਭਗ ਰੀਰਾਈਟ ਕਰਵਾਇਆ, ਮਤਲਬ ਦੁਬਾਰਾ ਲਿਖਿਆ ਜਿਹੜਾ ਮੁਕੱਦਮਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਦੁਬਾਰਾ ਲਿਖਾਇਆ ਗਿਆ
ਤੇ 7000 ਪੰਨਿਆਂ ਦੀ ਰਿਪੋਰਟ ਲਿਖਾਈ ਹੈ ਜਿਵੇਂ ਉਹਦੇ ਚੋਂ ਮੈਸੇਜ ਜਿਹੜਾ ਕੀ ਕਲੀਅਰ ਕੱਟ ਚਲਾ ਜਾਂਦਾ ਫਿਰ ਕਿ ਨਹੀਂ ਤਾਂ ਨਾਰਮਲੀ ਜਿਹੜਾ ਪੋਲੀਟੀਸ਼ੀਅਨ ਹੈ ਜਾਂ ਚੀਫ ਮਿਨਿਸਟਰ ਹੈ ਉਹ ਇਹ ਕਹਿੰਦਾ ਹੈ ਕਿ ਕਾਨੂੰਨ ਨੇ ਆਪਣਾ ਕੰਮ ਕੀਤਾ ਹੈ। ਇਦੋਂ ਪਹਿਲਾਂ ਵੀ ਇਹ ਕਹਿੰਦਾ ਹੈ ਕਿ ਪਹਿਲਾਂ ਵਾਲੇ ਬੰਦਿਆਂ ਨੇ ਪੁਲਿਸ ਦੇ ਜਾਂ ਕਾਨੂੰਨ ਦੇ ਹੱਥ ਰੋਕੇ ਹੋਏ ਸੀ, ਅਸੀਂ ਉਹਨਾਂ ਨੂੰ ਫਰੀडम ਦੇਤੀ, ਹਾਈ ਕੋਰਟ ਨੇ ਕਿਹਾ, ਉਹਨਾਂ ਨੇ ਜਾਂਚ ਕੀਤੀ ਹੈ। ਬਾਕੀ ਹੁਣ ਕੋਰਟ ਕਿਹਨੂੰ ਛੱਡਣਾ ਚਾਹੁੰਦਾ ਕਿਹਨੂੰ ਨਹੀਂ ਉਹ ਅਲੱਗ ਗੱਲ ਹੈ। ਅਸੀਂ ਸਹਿਰਦਤਾ ਦੇ ਨਾਲ ਜਾਂਚ ਕਰਵਾਈ ਹੈ। ਇੱਕ ਤਾਂ ਇਹ ਮੈਥਡ ਹੁੰਦਾ ਹੈ, ਪਰ ਕ੍ਰੈਡਿਟ ਦੇ ਚੱਕਰ 'ਚ ਅਕਾਲੀ ਦਲ ਜਿਹੜਾ ਦੋਸ਼ ਲਾ ਰਿਹਾ ਕਿ ਆਮ ਆਦਮੀ ਪਾਰਟੀ ਕ੍ਰੈਡਿਟ ਲੈਣਾ ਚਾਹੁੰਦੀ ਹੈ। ਕ੍ਰੈਡਿਟ ਮੈਨੂੰ ਲੱਗਦਾ ਹੋਰਾਂ ਤਰੀਕੇ ਨਾਲ ਜ਼ਿਆਦਾ ਚਲਾ ਜਾਂਦਾ ਸਗੋਂ ਕਹਿਣ ਨਾਲ ਵੀ। ਔਰ ਫਲੋਰ ਆਫ ਦੀ ਹਾਊਸ ਤੇ ਮਤਲਬ ਚੀਫ ਮਿਨਿਸਟਰ ਦਾ ਇਹ ਕਹਿਣਾ ਕਿ ਅਸੀਂ ਐਵੇਂ ਕੀਤਾ ਹੈ, ਐ ਕਰਵਾਇਆ, ਇੰਨੀ ਰਿਪੋਰਟ ਲਿਖਾਈ ਹੈ। ਔਰ ਨਾਲ ਦੀ ਨਾਲ ਸਪੀਕਰ ਵੀ ਬੋਲਦੇ ਨੇ ਉਦੋਂ ਬਾਅਦ ਥੋੜਾ ਜਿਹਾ ਜਦੋਂ ਉਹਨਾਂ ਦਾ ਭਾਸ਼ਣ ਖਤਮ ਹੋ ਜਾਂਦਾ ਹੈ ਕਿ ਮੈਨੂੰ ਨਹੀਂ ਪਤਾ ਤੁਸੀਂ ਇੱਕ ਬਹੁਤ ਵੱਡਾ ਬੋਝ ਲਾਤਾ ਹੈ, ਮੈਨੂੰ ਨਹੀਂ ਪਤਾ ਤੁਸੀਂ ਕੀ ਕੀਤਾ ਹੈ, ਕਿਵੇਂ ਕਰਵਾਇਆ ਹੈ, ਔਰ ਤੁਸੀਂ ਲੋਕਾਂ 'ਚ ਇੱਕ ਇਨਸਾਫ ਦੀ ਉਮੀਦ ਪੈਦਾ ਕਰਤੀ ਹੈ। ਮੈਂ ਚੀਫ ਮਿਨਿਸਟਰ ਦਾ ਧੰਨਵਾਦ ਕਰਦਾ ਇਸ ਮਾਮਲੇ ਦੇ ਵਿੱਚ। ਇਹ ਇੱਕ ਗੱਲ ਮਤਲਬ ਉਸ ਲੈਵਲ ਤੇ ਚੱਲਦੀ ਹੈ। ਤੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੈ ਉਹ ਆਪਣੀ ਗੱਲ ਉੱਥੇ ਲੈ ਕੇ ਬੈਠਾ ਕਿ ਅਸਲ 'ਚ ਇਹ SIT ਵਗੈਰਾ ਜਿਹੜੇ ਪਹਿਲੀਆਂ ਨੇ ਹੁਣ ਬਣਾਈਆਂ ਸੀ, ਜਿਹੜੀ ਇਹਦੀ ਚਲਾਨ ਹੈ ਇਹ ਅੱਖਾਂ ਪੂੰਝਣ ਵਾਲੀ ਗੱਲ ਹੈ, ਕੋਈ ਹੋਰ ਬਣਾਉਣ ਦੀ ਲੋੜ ਹੈ ਜਾਂ ਮੇਰੇ ਵਾਲੀ ਨੂੰ ਹੀ ਅੱਗੇ ਲਿਜਾਣ ਦੀ ਲੋੜ ਸੀ, ਚੈਲੰਜ ਕਰਨ ਦੀ ਲੋੜ ਸੀ। ਉਹ ਆਪਣੇ ਢੰਗ ਨਾਲ ਹਜੇ ਵੀ ਉਹ ਕਹਿੰਦੇ ਮੈਂ ਬਹੁਤ ਪਹਿਲਾਂ ਕਹਿ ਚੁੱਕਿਆ ਕਿ ਉਹ ਇਨਸਾਫ ਨਹੀਂ ਮਿਲੂਗਾ, ਮੈਂ ਅਜੇ ਵੀ ਉੱਥੇ ਹੀ ਖੜਾ ਕਿ ਇਸ ਤਰੀਕੇ ਨਾਲ ਇਨਸਾਫ ਨਹੀਂ ਮਿਲੂਗਾ। ਇਹ ਇਸ ਪੱਧਰ ਦੀ ਉਲਝਣ ਜਿਹੜੀ ਇਸ ਮਾਮਲੇ ਦੇ ਵਿੱਚ ਪਈ ਹੋਈ ਹੈ, ਜਿਹੜੀ ਫੈਕਚੁਅਲ ਸਿਚੁਏਸ਼ਨ ਹਜੇ ਤੱਕ ਇਹ ਦਿਖਾਈ ਦੇ ਰਹੀ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਮੁੱਖ ਮੰਤਰੀ ਦੇ ਉਸ ਧੰਨਵਾਦੀ ਭਾਸ਼ਣ ਨੂੰ ਸੁਣਿਆ ਤੇ ਉਸ ਤੋਂ ਬਾਅਦ ਜਿਹੜੀ ਇੱਕ ਰਾਏ ਬਣਦੀ ਹੈ, ਜਿਵੇਂ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਸਪੀਕਰ ਇਹਨੂੰ ਓਨ ਕਰ ਰਿਹਾ ਕਿ ਇਹ ਤਾਂ ਨੈਚੁਰਲ ਚੀਜ਼ ਹੈ ਕਿ ਸਭ ਨੂੰ ਪਤਾ ਕਿ ਸਰਕਾਰਾਂ ਦਾ ਦਖਲ ਤਾਂ ਰਹਿੰਦਾ ਹੈ, ਕੋਈ ਵੀ ਅਫਸਰ ਕਦੇ ਵੀ ਸਰਕਾਰ ਤੋਂ ਬਾਹਰ ਨਹੀਂ ਹੁੰਦਾ ਕਿਉਂਕਿ ਪੋਸਟਿੰਗ ਉੱਥੋਂ ਹੋਣੀ ਸਾਰਾ ਕੁਝ, ਲੇਕਿਨ ਇੱਕ ਪਰਦਾ ਹੁੰਦਾ ਜਿਹੜਾ ਪਰਦਾ ਕਾਨੂੰਨੀ ਨੁਕਤਾ ਨਿਗਾਹ ਤੋਂ ਜ਼ਰੂਰੀ ਵੀ ਹੁੰਦਾ। ਹੁਣ ਜਦੋਂ ਗੱਲ ਇੰਨੀ ਖੁੱਲ ਗਈ ਆ ਤੇ ਦੂਜੇ ਬੰਨੇ ਅਕਾਲੀ ਦਲ ਇਸ ਮਾਮਲੇ ਨੂੰ ਪਹਿਲਾਂ ਹੀ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ, ਤੁਹਾਨੂੰ ਲੱਗਦਾ ਇੱਕ ਵਾਰੀ ਫਿਰ ਇਹ ਕੋਰਟਾਂ ਦੇ ਵਿੱਚ ਕਬੱਡੀ ਖੇਡੀ ਜਾਊਗੀ, ਉੱਥੇ ਵਕੀਲ ਇਹੀ ਪੱਖ ਲੈ ਕੇ ਇੱਕ ਵਾਰੀ ਇਸ ਮਾਮਲੇ ਨੂੰ ਫਿਰ ਉਲਝਦਾ ਦੇਖ ਰਿਹਾ? ਦੇਖੋ ਜੀ, ਮੈਂ ਅਕਾਲੀ ਦਲ ਨਾਲ ਪਹਿਲਾਂ ਸਹਿਮਤ ਹੋ ਕੇ ਚੱਲਦਾ ਹੈ ਵੀ ਇਹ ਕੇਸ ਸਾਰਾ ਸਿਆਸਤ ਤੋਂ ਪ੍ਰੇਰਿਤ, ਆਪਾਂ ਨੂੰ ਕੀ ਇਤਰਾਜ਼ ਹੈ ਉਹਨਾਂ ਦੀ ਗੱਲ ਕਹਿਣ ਤੇ। ਦੂਜੀ ਗੱਲ, ਪਿਛਲੀ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚੀਫ ਔਰ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਬੇਅਦਬੀ ਦੇ ਮਾਮਲਿਆਂ ਦਾ ਇਨਸਾਫ 24 ਘੰਟੇ ਦਵਾ ਦਿਆਂਗੇ ਕਿ ਸਭ ਨੂੰ ਪਤਾ ਹੈ ਕਿ ਇਹਦੇ ਵਿੱਚ ਗੁਨਾਹਗਾਰ ਕੌਣ ਹੈ। ਨੰਬਰ 3, ਇਹ ਕੇਸ 3 ਹੈਗੇ ਆ, ਬਰਗਾੜੀ, ਬਹਿਬਲ ਤੇ ਕੋਟਕਪੂਰਾ। ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਮੇਨਲੀ 7000 ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਹੈ, ਚਲਾਨ ਹੈ, ਉਹ ਕੋਟਕਪੂਰੇ ਦੇ ਨਾਲ ਸੰਬੰਧਿਤ ਹੈ ਸਿਰਫ। ਬਾਕੀ 2 ਕੇਸ ਹੋਰ ਵੀ ਹੈ। ਹੁਣ ਜਿਹੜੀ ਹਾਈ ਕੋਰਟ ਨੇ ਸਿੱਟ ਬਣਾਈ ਸੀ ਉਹ ਸਿਰਫ ਕੋਟਕਪੂਰੇ ਨਾਲ ਸੰਬੰਧਿਤ ਸੀ, ਬਾਕੀ 2 ਕੇਸ ਜਿਹੜੇ ਚੱਲ ਰਹੇ ਆ ਉਹ ਵੱਖਰੇ ਸਾਰਾ ਕੁਛ ਹੈਗਾ। ਇਸ਼ੂ ਕੀ ਹੈ ਆਪਾਂ, ਚਲੋ ਮੈਂ ਸ਼ੁਰੂ ਕਰਦਾ ਵੀ ਆਪਾਂ ਇਹ ਸਿਆਸੀ ਵਰਤਾ ਰਿਹਾ ਸਾਰਾ, ਪਰ ਇੱਕ ਗੱਲ ਤਾਂ ਬੜੀ ਕਲੀਅਰ ਹੈਗੀ ਹੈ। 2007 ਦੇ ਵਿੱਚ ਸਵਾਗ ਰਚਿਆ ਗਿਆ, ਡੇਰਾ ਸੱਚਾ ਸੌਦਾ ਦੇ ਚੀਫ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਗ ਰਚਿਆ। ਕੇਸ ਰਜਿਸਟਰ ਹੋਇਆ 2008 ਦੇ ਵਿੱਚ। ਹਾਈ ਕੋਰਟ ਦੇ ਵਿੱਚ ਬਠਿੰਡੇ ਦੇ SSP ਨੇ ਜਾਂ ਪੰਜਾਬ ਗੌਰਮੈਂਟ ਦੇ ਕਹਿ ਲਓ, ਪੰਜਾਬ ਗੌਰਮੈਂਟ ਨੇ ਇੱਕ ਐਫੀਡੇਵਿਟ ਸਬਮਿਟ ਕੀਤਾ ਸੀ ਵੀ ਅਸੀਂ ਆਲਮੋਸਟ ਇਹ ਪੂਰੀ ਕਰ ਲਈ ਇਨਵੈਸਟੀਗੇਸ਼ਨ ਤੇ ਅਸੀਂ ਅੱਗੇ ਕੇਸ ਚਲਾਵਾਂਗੇ। ਮਿਸਟੀਰੀਅਸਲੀ 2012 ਦੇ ਵਿੱਚ ਉਹ ਕੇਸ ਵਿਡਰਾ ਕਰ ਲਿਆ ਜਾਂਦਾ। ਇਹ ਤਾਂ ਫੈਕਟਸ ਹੈਗੇ। ਸਿਆਸਤ ਜੋ ਮਰਜ਼ੀ ਹੋਵੇ, ਆਪਾਂ ਉਹਦੇ ਵਿੱਚ ਪੈਂਦੇ ਹੀ ਨਹੀਂ। ਸਿਆਸਤ ਅਗੇਨ ਜੋ ਮਰਜ਼ੀ ਹੋਵੇ, 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਬੁਰਜ ਪਿੰਡ ਤੋਂ ਹੋ ਗਈ ਤੇ ਉਸ ਤੋਂ ਬਾਅਦ 24 ਸਤੰਬਰ ਦੇ ਆਸ-ਪਾਸ ਜਥੇਦਾਰਾਂ ਨੂੰ ਬੁਲਾ ਕੇ ਬਾਦਲ ਸਾਹਿਬ ਨੇ CMC ਆਪਣੇ ਘਰ ਮੀਟਿੰਗ ਕਰਵਾਈ ਤੇ ਅਗਲੀ ਮੀਟਿੰਗ ਤੋਂ ਅਗਲੇ ਦਿਨ ਰਾਮ ਰਹੀਮ ਨੂੰ ਮਾਫੀ ਦੇ ਦਿੱਤੀ ਗਈ। ਉਸ ਤੋਂ ਬਾਅਦ ਅਗਲੇ ਦਿਨ ਹੀ ਪੋਸਟਰ ਲੱਗ ਗਏ ਬਰਗਾੜੀ ਤੇ ਬੁਰਜ ਪਿੰਡ ਵਿੱਚ, ਜਿੱਥੇ ਸਿੱਖਾਂ ਨੂੰ ਗਾਲਾਂ ਕੱਢੀਆਂ ਗਈਆਂ। ਤੇ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਬਰਗਾੜੀ ਚੱਲਰੇ ਮਿਲੇ ਤੇ 14 ਅਕਤੂਬਰ ਨੂੰ ਗੋਲੀ ਚੱਲ ਗਈ। ਇਹ ਤਾਂ ਫੈਕਟਸ ਹੈਗੇ। ਹੁਣ ਸਿਆਸਤ ਹੈ ਜਾਂ ਨਹੀਂ,
ਇਹਦੇ ਚ ਕੌਣ ਕਰ ਰਿਹਾ ਇਹ ਆਪਾਂ ਨੂੰ ਨਹੀਂ ਪਤਾ, ਆਪਾਂ ਇਸ ਗੱਲ ਤੇ ਨਹੀਂ ਪੈਂਦੇ, ਆਪਾਂ ਸਹਿਮਤ ਹੋ ਕੇ ਚੱਲਦੇ ਹਾਂ ਅਕਾਲੀ ਦਲ ਨਾਲ ਵੀ ਸਾਰੀ ਸਿਆਸਤ ਹੈ, ਲੇਕਿਨ ਇਹ ਫੈਕਟਸ ਹੈਗੇ ਆ, ਇਹਦਾ ਕੋਈ ਤਾਂ ਜਵਾਬ ਦੇਗਾ ਜੀ ਆਪ ਕੁਝ ਹੋਇਆ। ਇਹ ਵੀ ਫੈਕਟ ਹੈ ਕਿ ਜਦੋਂ 1 ਜੂਨ 2018 ਨੂੰ ਆਪਣੇ ਧਿਆਨ ਸਿੰਘ ਮੰਡ ਹੋਰਾਂ ਨੇ ਮੋਰਚਾ ਲਾਇਆ ਬਰਗਾੜੀ ਇਨਸਾਫ ਲੈਣ ਵਾਸਤੇ, ਤੇ ਬਾਦਲ ਸਾਹਿਬ ਪ੍ਰੈਸ ਕਾਨਫਰੰਸ ਤੇ ਆਏ ਸੀ, ਉਹਨਾਂ ਨੇ ਸਿੱਧਾ ਹੀ ਅਟੈਕ ਇਹਨਾਂ ਨੇ ਕੀਤਾ ਜਿਹੜੇ ਇਨਸਾਫ ਮੰਗ ਰਹੇ ਸੀ, ਇਹ ਕਹਿ ਕੇ ਮੈਨੂੰ ਵਾਰ-ਵਾਰ ਰਿਪੀਟ ਕਰਨਾ ਪੈਂਦਾ ਕਈ ਵਾਰੀ। ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਕਾਨਫਰੰਸਾਂ ਕੀਤੀਆਂ ਸੀਗੀਆਂ ਇਹਨੂੰ ਕਾਊਂਟਰ ਕਰਨ ਵਾਸਤੇ। ਇਹ ਆਪਣੀ ਜਗ੍ਹਾ ਤੇ ਇਸ਼ੂ ਹੈਗੇ ਆ। ਜਿਹੜੀ ਗੱਲ ਅੱਜ ਵਿਧਾਨ ਸਭਾ ਦੇ ਵਿੱਚ ਹੋਈ ਆਪਾਂ ਉਹ ਤੇ ਫੋਕਸ ਕਰਦੇ, ਜੋ ਕੁਝ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਕ੍ਰੈਡਿਟ ਲਿਆ। ਇਸ਼ੂ ਅਕਾਲੀ ਦਲ ਖੁਦ ਹੀ ਕਹਿੰਦਾ ਵੀ ਸਿਆਸੀ ਹੈ, ਜੇ ਸਿਆਸੀ ਇਸ਼ੂ ਹੈ ਮੈਂ ਇੱਕ ਮਿੰਟ ਜਿਹੜੇ ਇਹਦਾ ਟੈਕਨੀਕਲ ਆਸਪੈਕਟ ਉਹ ਪਾਸੇ ਕਰ ਦਿੰਦਾ। ਫਿਰ ਜਿਸ ਪਾਰਟੀ ਨੇ ਇਹਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਤਾਂ ਇਹਦਾ ਕ੍ਰੈਡਿਟ ਲਏਗੀ ਹੀ ਲਏਗੀ, ਕਿਉਂ ਨਹੀਂ ਲਏਗੀ। ਇਹ ਮੌਕਾ ਕਾਂਗਰਸ ਕੋਲ ਵੀ ਸੀ, ਉਹਨਾਂ ਨੇ ਕ੍ਰੈਡਿਟ ਨਹੀਂ ਲਿਆ, ਇਸ ਕੇਸ ਨੂੰ ਅੱਗੇ ਨਹੀਂ ਤੋਰਿਆ। ਹੁਣ ਆ ਜਾਂਦੀ ਹੈ ਗੱਲ ਕੁੰਵਰ ਵਿਜੇ ਪ੍ਰਤਾਪ ਦੀ। ਮੈਂ ਖੁਦ ਇਹ ਗੱਲ ਕਈ ਵਾਰੀ ਕਹਿਣਾ ਹੁੰਦਾ ਕਿ ਇਹ ਕੇਸ ਵਿੱਚੇ ਹੀ ਰੁਲ ਜਾਏਗਾ, ਤੇ ਮੇਰਾ ਲੌਜਿਕ ਬਿਲਕੁਲ ਡਿਫਰੈਂਟ ਹੈ। ਮੈਨੂੰ ਇਹ ਨਹੀਂ ਪਤਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਲੌਜਿਕ ਕੀ ਹੈ। ਮੇਰਾ ਲੌਜਿਕ ਇਹ ਹੈ ਕਿ ਇਸ ਕੇਸ ਦੇ ਵਿੱਚ ਪੁਲਿਸ, ਪੰਜਾਬ ਪੁਲਿਸ ਦੇ ਰਿਟਾਇਰਡ ਉਹ ਅਫਸਰ ਸ਼ਾਮਲ ਹੈਗੇ ਹੈ ਜਿਨ੍ਹਾਂ ਨੂੰ ਇੰਡੀਅਨ ਸਟੇਟ ਦੀ ਕਿਸੇ ਵੇਲੇ ਪੂਰੀ ਪ੍ਰੋਟੈਕਸ਼ਨ ਸੀ, ਔਰ ਉਹਨਾਂ ਦੇ ਖਿਲਾਫ ਕਦੇ ਕੋਈ ਕੇਸ ਅੱਗੇ ਤੁਰਿਆ ਹੀ ਨਹੀਂ। ਫਾਈਲ ਹੋ ਜਾਂਦੇ, ਕੇਸ ਕੋਰਟ ਦੇ ਵਿੱਚ ਚਲੇ ਜਾਂਦੇ ਆ, ਲੇਕਿਨ ਅੱਗੇ ਤੁਰਦੇ ਨਹੀਂ। ਸੋ ਮੇਰਾ ਲੌਜਿਕ ਬਿਲਕੁਲ ਡਿਫਰੈਂਟ ਹੈ ਕਿ ਜਦੋਂ ਇਹ ਅਫਸਰ ਇਹੋ ਜਿਹੇ ਇਨਵੋਲਵ ਹੋਣ ਕਿ ਉਹ ਕੇਸ ਅੱਗੇ ਤੁਰੇਗਾ, ਸਾਲਾਂ ਬਾਅਦ ਹੀ ਪਿਆ ਰਹੇਗਾ, ਤੇ ਇਹ ਇੰਪ੍ਰੈਸ਼ਨ ਹੋਏਗਾ ਵੀ ਕੇਸ ਤਾਂ ਚਲੋ ਜੀ ਕੋਰਟ ਦੇ ਵਿੱਚ ਹੈ, ਇਹ ਫੈਸਲਾ ਕਿਸੇ ਵੇਲੇ ਹੋ ਜਾਏਗਾ। 30 ਸਾਲ ਦੇ ਫੈਸਲੇ ਇਹਨਾਂ ਅਫਸਰਾਂ ਦੇ ਕੇਸਾਂ ਦੇ ਨਹੀਂ ਹੋਏ, ਤੇ ਹੋ ਸਕਦਾ ਇਹ ਵੀ ਪਿਆਰ ਹੋਵੇ। ਇਹ ਬੜੀ ਸ਼ੌਕਿੰਗ ਗੱਲ ਤੁਸੀਂ ਦੱਸ ਰਹੇ ਹੋ ਕਿ ਇਹ ਰੁਲ ਜਾਏਗਾ। ਇਹ ਕਦੇ ਵੀ ਲੌਜੀਕਲ ਐਂਡ ਤੱਕ ਨਹੀਂ ਜਾਏਗਾ। ਇਹਦੇ ਤੇ ਬਹੁਤ ਤਰੀਕਾਂ ਪੈਣਗੀਆਂ ਤੇ ਬਹੁਤ ਅਦਾਲਤਾਂ ਦੇ ਵਿੱਚ ਘੁੰਮ ਕੇ ਆਊਗਾ। ਇੰਜ ਲੱਗ ਰਿਹਾ ਤੁਹਾਡੀ ਗੱਲਬਾਤ ਤੋਂ ਵੀ ਕਦੇ ਕੋਈ ਤੇ ਕਦੇ ਕੋਈ ਇਹਨੂੰ ਉਲਝਾਏਗਾ। ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਤੁਹਾਡਾ ਕੀ ਕੱਲ ਤੋਂ ਬਾਅਦ ਹੁਣ ਤੱਕ ਦਾ ਜੋ ਵੀ ਜਿਸ ਪਾਸਿਓਂ ਵੀ ਬਿਆਨਬਾਜ਼ੀ ਹੋਈ ਜਾਂ ਜੋ ਵੀ ਵਾਪਰਿਆ ਲੰਘੇ 24 ਘੰਟਿਆਂ 'ਚ, ਇਹਨੂੰ ਤੁਸੀਂ ਕਿਵੇਂ ਸਮਝਿਆ? ਇਹ ਹੁਣ ਫਿਰ ਇੱਕ ਵਾਰੀ ਫੁੱਟਬਾਲ ਵਾਂਗ ਅਸੀਂ ਇਹਨੂੰ ਖੇਡਾਂਗੇ ਇਸ ਮਾਮਲੇ ਨੂੰ? ਵੈਸੇ ਤਾਂ ਦੁਬਾਰਾ ਫਿਰ ਕਈ ਵਾਰੀ ਰਿਪੀਟ ਕਰਨੀ ਪੈਂਦੀ ਹੈ। ਸਾਰੀ ਜਗਤਾਰ ਸਿੰਘ ਹੋਰਾਂ ਨੇ ਵੀ ਸਾਰੀ ਗੱਲ ਕਰਤੀ ਹੈ। ਮੈਂ ਉਹ ਬਿਗਨਿੰਗ ਤੋਂ ਸ਼ੁਰੂ ਤੋਂ ਹੀ ਇਹ ਬੋਰਡ ਮੈਨੇਜਮੈਂਟ ਜਾਂ ਸਿਆਸਤ ਦੀ ਪ੍ਰੈਕਟਿਸ ਦੇ ਨਾਲ ਇਹ ਸਾਰਾ ਕੁਝ ਸ਼ੁਰੂ ਹੋਇਆ। 2007 ਤੋਂ ਲੈ ਕੇ 2012 ਦੇ ਵਿੱਚ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਕੇਸ ਵਾਪਸ ਕੀਤਾ ਰਾਮ ਰਹੀਮ ਦੇ, ਜਿਹੜਾ ਵਿਰੁੱਧ ਸੀ ਬਠਿੰਡਾ ਅਦਾਲਤ ਚੋਂ। ਇਹ ਸਾਰਾ ਕੁਝ ਲੈ ਕੇ ਗਾਹਾਂ ਤੱਕ ਅੱਗੇ ਜਿਵੇਂ ਹੋਇਆ, ਉਦੋਂ ਬਾਅਦ ਅਕਾਲ ਤਖਤ ਦੇ ਜਥੇਦਾਰਾਂ ਤੋਂ ਸਾਰਾ ਕੁਝ ਰਾਮ ਰਹੀਮ ਦੇ ਅਗੇਂਸਟ ਜਿਹੜਾ ਹੁਕਮਨਾਮਾ ਸੀ ਉਹ ਵਾਪਸ ਹੋਇਆ, ਤੇ ਉਦੋਂ ਪਿੱਛੋਂ ਜੋਰਾ ਸਿੰਘ ਦੀ ਰਿਪੋਰਟ ਤੋਂ ਲੈ ਕੇ ਉਹਦੀ ਕੋਈ ਪਰਵਾਹ ਨਹੀਂ ਕੀਤੀ। ਇਹ ਸਾਰਾ ਕੁਝ ਜਿਹੜਾ ਹੈ ਬੋਰਡ ਮੈਨੇਜਮੈਂਟ ਦੀ ਇੱਕ ਪੋਲਿਟਿਕਸ ਹੈ। ਉਹਦੇ ਉੱਤੇ ਇਹਨਾਂ ਨੇ ਪੋਲਿਟਿਕਸ ਖੇਡੀ। ਫਿਰ ਉਦੋਂ ਪਿੱਛੋਂ ਕਾਂਗਰਸ ਨੇ ਆਪਣੇ ਲੈਵਲ ਦੀ ਜਿੰਨੀ ਕੁ ਉਹਨੂੰ ਠੀਕ ਲੱਗਦੀ ਸੀ ਉਨੀ ਪੋਲਿਟਿਕਸ ਉਹਨੇ ਕੀਤੀ, ਬਗਰਾੜੀ ਦੇ ਕੇਸ ਨੂੰ ਇਸ਼ੂ ਰੱਖਿਆ। ਇਹ ਅਸੀਂ ਬਿਲਕੁਲ ਨਹੀਂ ਕਦੇ ਵੀ ਮੰਨ ਸਕਦੇ ਵੀ ਇਹ ਪੋਲਿਟਿਕਸ ਤੋਂ ਬਗੈਰ ਕੋਈ ਗੱਲ ਸ਼ੁਰੂ ਹੋਈ ਹੋਵੇ ਕਦੇ ਵੀ। ਸਾਰੇ ਸਟੈਪ ਪੋਲਿਟਿਕਸ ਨਾਲ ਹੈ, ਕੈਲਕੂਲੇਟਡ ਸਟੈਪ ਹੈ, ਗਿਣਤੀ ਮਿਣਤੀ ਨਾਲ ਇਹ ਸਾਰੇ ਸਟੈਪ ਲਏ ਗਏ ਆ। ਕਿੰਨਾ ਫਾਇਦਾ ਹੁੰਦਾ, ਕਿੰਨਾ ਨੁਕਸਾਨ ਹੁੰਦਾ, ਹਰ ਇੱਕ ਦੀ ਪਾਰਟੀ ਦੀ ਆਪਣੀ ਸਮਝ ਦੇ ਮੁਤਾਬਕ ਉਹ ਕੰਮ ਕਰਦੇ ਰਿਹਾ। ਹੁਣ ਜਿੱਥੋਂ ਤੱਕ ਹੈ ਵੀ ਇਨਸਾਫ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਗੱਲਾਂ 'ਚ ਇਨਸਾਫ ਨਹੀਂ ਮਿਲਦਾ। ਪਰਸੈਪਸ਼ਨ ਹੀ ਬਿਲਡਅਪ ਕੀਤੀ ਜਾਂਦੀ ਹੈ, ਉਹ ਸਾਰੀ ਪੋਲੀਟੀਕਲ ਲੋੜਾਂ ਦੇ ਮੁਤਾਬਕ ਉਸੇ ਕਿਸਮ ਦੀ ਪਰਸੈਪਸ਼ਨ ਹੈ। ਇਹ ਪਾਰਟੀ ਵੀ ਆਪਣੇ ਭਗਵੰਤ ਮਾਨ ਵੀ ਇਹ ਕਰ ਰਿਹਾ। ਜੇ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ, 2700 ਕੁਝ ਬੰਦੇ ਪਾਰਲੀਮੈਂਟ 'ਚ ਕਿਹਾ ਸੀ ਵੀ ਨਵੰਬਰ 84 'ਚ ਮਾਰੇ ਗਏ ਆ, ਕੋਈ ਹੁਣ ਤੱਕ ਦੇਖ ਲਓ ਕੀ ਇਨਸਾਫ ਮਿਲਿਆ। ਰਿਕਾਰਡ ਤੇ ਜੇ ਹਾਈਐਸਟ ਫੋਰਮ ਤੇ ਜਾ ਕੇ ਗੱਲ ਹੋਈ ਸੀ, ਉਹਨਾਂ ਦਾ ਵੀ ਨਹੀਂ ਕੋਈ ਇਨਸਾਫ ਵਾਲੀਆਂ ਗੱਲਾਂ ਜੀ ਉਹੋ ਜਿਹੇ ਐਡੇ ਵੱਡੇ ਕੇਸਾਂ 'ਚ ਨਹੀਂ ਮਿਲਦਾ। ਇਸ ਕੇਸ ਵਿੱਚ ਤੁਸੀਂ ਕਿਵੇਂ ਕਰ ਦਿੰਦਾ? ਬੜੀ ਸੌਫਟ ਪੈਡਲਿੰਗ ਹੈ, ਪਰਸੈਪਸ਼ਨ ਦੀ ਪੈਡਲਿੰਗ ਹੈ। ਸਾਰੀ ਪਰਸੈਪਸ਼ਨ ਨੂੰ ਘੁਮਾਇਆ ਜਾਏਗਾ, ਪਰਸੈਪਸ਼ਨ ਚੋਂ ਇੱਕ ਪੋਲਿਟਿਕਸ ਕੱਢੀ ਜਾ ਰਹੀ ਹੈ, ਤੇ ਇਹ ਸਾਰਾ ਕੁਝ ਇਸੇ ਕਿਸਮ ਦਾ
ਹਾਂਜੀ ਜਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਹੋ, ਦਿੱਲੀ ਤੇ ਇਸ ਕੇਸ ਦੇ ਵਿੱਚ ਫਰਕ ਇਸ ਕਰਕੇ ਆ ਕਿ ਇੱਥੇ ਜਿੰਨੀਆਂ ਵੀ ਧਿਰਾਂ ਨੇ, ਜਿੰਨੀਆਂ ਵੀ ਸੱਤਾ ਚਾਹੀਆਂ, ਉਹ ਦਾਅਵਾ ਕਰ ਰਹੀਆਂ ਨੇ। ਈਵਨ ਮੈਂ ਤਾਂ ਕਹੂੰਗਾ ਕਿ 15 ਤੋਂ 17 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੀ ਇਹ ਦਾਅਵਾ ਕਰਦੀ ਰਹੀ ਹੈ, ਔਰ ਉਹਨਾਂ ਨੇ ਇਹ ਮਾਮਲਾ CBI ਨੂੰ ਵੀ ਦਿੱਤਾ ਸੀਗਾ। ਉਹ ਹੁਣ ਤੱਕ ਵੀ ਕਹਿੰਦੇ ਆ ਕਿ ਅਸੀਂ ਚਾਹੁੰਦੇ ਆ ਇਹਨਾਂ ਦਾ ਇਨਸਾਫ ਮਿਲੇ। ਤੇ ਜਿਹੜੀ ਦੂਜੀਆਂ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ, ਮਾਝਾ ਬ੍ਰਿਗੇਡ ਤੋਂ ਲੈ ਕੇ, ਔਰ ਉਸ ਤੋਂ ਬਾਅਦ ਚੰਨੀ ਸਰਕਾਰ, ਨਵਜੋਤ ਸਿੰਘ ਸਿੱਧੂ ਨੇ ਤਾਂ ਬਹੁਤ ਹੀ ਦਵਾਈ ਦਿੱਤੀ ਇਹਨਾਂ ਮਾਮਲਿਆਂ 'ਚ। ਤੇ ਹੁਣ ਵਾਲੀ ਸਰਕਾਰ ਦਿੱਲੀ ਦੇ ਵਿੱਚ ਇਹਨਾਂ ਮਾਮਲਿਆਂ 'ਚ ਇਨਸਾਫ ਲੈਣ ਲਈ ਕੁਝ ਵਕੀਲ, ਕੁਝ ਸਿੱਖ ਜਥੇਬੰਦੀਆਂ ਉਹੀ ਲੱਗੀਆਂ ਰਹੀਆਂ। ਸਰਕਾਰਾਂ ਦੀ ਤਰਜੀਹ ਨਹੀਂ ਸੀ। ਇੱਥੇ ਸਰਕਾਰਾਂ ਤਰਜੀਹ ਦਾ ਦਾਅਵਾ ਕਰਦੀਆਂ ਵੀ ਸਾਡੀ ਪਹਿਲੀ ਤਰਜੀਹ ਬੇਅਦਬੀ ਮਾਮਲੇ ਆ। ਸੋ ਦੋਨਾਂ 'ਚ ਇੱਕ ਅੰਤਰ ਤੇ ਹੋਊਗਾ। ਜੇ ਇਹਨੂੰ ਫਿਰ ਇੱਕ ਵਾਰੀ ਵੋਟ ਲੈਣ ਲਈ ਵਰਤਿਆ ਜਾਂਦਾ, ਤੁਹਾਨੂੰ ਲੱਗਦਾ ਕਿੰਨੀ ਦੇਰ ਇਹ ਵੀ ਹੌਲੀ ਹੌਲੀ ਮੈਨੂੰ ਲੱਗਦਾ ਲੋਕ ਮਨਾਂ ਤੋਂ ਵੀ ਇਹ ਮਾਮਲਾ ਪਿੱਛੇ ਚਲੇ ਜਾਊਗਾ ਕਿ ਨਹੀਂ, ਇੱਥੇ ਹੁਣ ਵੋਟ ਨਹੀਂ ਪੈਂਦੀ ਜੀ। ਵੇਖੋ ਕੁਝ ਕਾਂਗਰਸ ਨੇ ਕਮਿਸ਼ਨ ਬਣਾਏ ਸੀ, ਇਨਕੁਆਇਰੀ ਕਮਿਸ਼ਨ ਬਣਾਏ ਸੀਗੇ, ਮਿਸ਼ਰਾ ਕਮਿਸ਼ਨ ਬਣਿਆ, ਹੋਰ ਕਿੰਨੇ 10 ਕਮਿਸ਼ਨ ਉਹਦੇ 'ਚ ਵੀ ਬਣ ਚੁੱਕੇ ਆ। ਬੀਜੇਪੀ ਨੇ ਸਪੈਸ਼ਲ ਕਿਹਾ ਇਸੇ ਤਰੀਕੇ ਨਾਲ ਵੀ ਮੈਂ ਇਨਸਾਫ ਦਿਵਾਉਂਗੀ। ਬੀਜੇਪੀ ਦਾ ਭਾਜਪਾ ਜਦੋਂ ਸਰਕਾਰ 'ਚ ਆ ਗਈ, ਉਹਨਾਂ ਨੇ ਬਕਾਇਦਾ ਇੱਕ ਹੋਰ ਕਮਿਸ਼ਨ ਬਣਾਇਆ। ਲਗਾਤਾਰ ਉੱਥੇ ਵੀ ਇਸੇ ਕਿਸਮ ਦੀ ਪੋਲਿਟਿਕਸ ਅੱਜ ਤੱਕ ਤੁਰੀ ਆਉਂਦੀ। ਪੋਲਿਟਿਕਸ ਦੇ ਵਿੱਚ ਕੋਈ ਪੈਰਲਲ ਹੈ, ਕੋਈ ਡਿਫਰੈਂਸ ਨਹੀਂ ਹੈ। ਉੱਥੇ ਵੀ ਹੋਣ ਤੋਂ ਬਾਅਦ ਸਾਰਿਆਂ ਨੇ, ਕਾਂਗਰਸ ਨੇ ਵੀ ਕਮਿਸ਼ਨ ਬਣਾਏ, ਉੱਥੇ ਕਾਂਗਰਸ ਨੇ ਕਈ ਕਿਸਮ ਦੇ ਕਮਿਸ਼ਨ ਬਣਾਏ। ਇਹ ਠੀਕ ਆ, ਕਮਿਸ਼ਨਾਂ ਨੇ ਕੁਝ ਨਹੀਂ ਕੀਤਾ, ਤੇ ਪਰ 10 ਕਮਿਸ਼ਨ ਉਹਦੇ 'ਚ ਬਣੇ ਹੈਗੇ। ਇੱਥੇ 20 ਕਮਿਸ਼ਨ ਬਣੇ ਆ। 2 ਜਸਟਿਸ ਗੁਰਦੇਵ ਸਿੰਘ ਦਾ ਕਮਿਸ਼ਨ, ਜਸਟਿਸ ਜੋਰਾ ਸਿੰਘ ਦਾ ਕਮਿਸ਼ਨ, 2 ਕਮਿਸ਼ਨ ਤਾਂ ਇੱਥੇ ਵੀ ਬਣੇ ਆ। SIT ਵੀ 4 ਬਣ ਚੁੱਕੀਆਂ। ਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਦੋਨਾਂ ਵਿੱਚ ਕਿਸੇ ਨੇ ਮਨਸ਼ਾ ਨਹੀਂ ਕੀਤੀ। ਕੋਈ ਵੀ ਪੋਲੀਟੀਕਲ ਪਾਰਟੀ ਹੈ, ਮਾਫੀਆਂ ਤੋਂ ਲੈ ਕੇ ਸਾਰਾ ਵੀ ਅਸੀਂ ਦਰਬਾਰ ਸਾਹਿਬ ਆ ਕੇ ਮਾਫੀ ਵੀ ਮੰਗਦੇ ਆ, ਮਨਮੋਹਨ ਸਿੰਘ ਨੇ ਵੀ, ਇਹ ਸਾਰਿਆਂ ਦੀ ਕੋਸ਼ਿਸ਼ ਇਸੇ ਕਿਸਮ ਦੀ। ਕਲੇਮ ਕਿਸੇ ਨੇ ਨਹੀਂ ਕੀਤਾ ਸਾਰਾ, ਨਾ ਬਾਦਲ ਸਰਕਾਰ ਨੇ ਕੀਤਾ ਵੀ ਇਹ ਅਸੀਂ ਇਹਦੇ ਤੇ ਅਸੀਂ ਕੇਸ ਨਹੀਂ ਕਰਾਂਗੇ ਜਾਂ ਇਹਦੇ ਤੇ ਇਨਸਾਫ ਨਹੀਂ ਦਵਾਵਾਂਗੇ। ਉਵੇਂ ਹੀ ਉਧਰ ਵੀ ਇਹੀ ਸਾਰਾ ਕੁਝ ਚੱਲਦਾ ਰਿਹਾ। ਪਰ ਫਰਕ ਇਹ ਆ ਵੀ ਉੱਥੇ ਕੁਝ ਨਹੀਂ ਹੋਇਆ, ਇੱਥੇ ਵੀ ਪੋਲਿਟਿਕਸ ਲਈ ਵਰਤਿਆ ਜਾਣਾ ਸਾਰਾ ਕੁਝ, ਉਹ ਵਰਤ ਰਹੇ ਆ। ਹਾਂਜੀ, ਮੈਂ ਇੱਕ ਗੱਲ ਇਹਦੇ ਨਾਲ ਐਡ ਕਰ ਦਿਆਂ। ਦਿੱਲੀ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੈ 1984 ਦਾ, ਇੱਕ ਦੇ ਵੋਟ ਬੈਂਕ ਇਸ਼ੂ ਨਹੀਂ ਬਣਿਆ, ਨਾ ਉਹ ਸਿਆਸਤ ਨੂੰ ਪ੍ਰਭਾਵ ਕਰਦਾ ਲੋਕ ਦਿੱਲੀ ਦੀ ਨੂੰ। ਇਸ ਗੱਲੋਂ ਪੰਜਾਬ ਡਿਫਰੈਂਟ ਹੈ। ਇੱਥੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਸਿੱਖ ਸਿਆਸਤ ਹੈ, ਦਿੱਲੀ ਦੀ ਸਿਆਸਤ ਸਿੱਖ ਸਿਆਸਤ ਨਹੀਂ ਹੈ। ਇਹ ਫਰਕ ਹੈ। ਉੱਥੇ ਛੋਟੀ ਜਿਹੀ ਮਾਈਨੋਰਿਟੀ ਹੈ। ਸੋ ਉਹ ਦਿੱਲੀ ਦੀ ਸਿਆਸਤ 84 ਡਿਕਟੇਟ ਨਹੀਂ ਕਰਦਾ, ਔਰ ਉਸ 84 ਨੇ ਪੰਜਾਬ ਦੀ ਸਿਆਸਤ ਵੀ ਡਿਕਟੇਟ ਨਹੀਂ ਕੀਤੀ। ਬਾਈ ਦੀ ਵੇ ਜੇ ਪਿੱਛੇ ਇੱਥੇ ਥੋੜਾ ਜਿਹਾ ਮੈਂ ਡਿਫਰ ਕਰਦਾ ਵੀ ਜਿਹੜੀ ਉਸ ਵੇਲੇ ਦੀ 84 ਦੀ ਸਿਆਸਤ ਸੀ, ਉਸ ਨੇ ਸਾਰੇ ਦੇਸ਼ ਦਾ ਪੋਲੀਟੀਕਲ ਟੈਕਸਚਰ ਬਦਲਿਆ। ਸਾਰਾ ਉਹਨਾਂ ਦਾ ਸੋਚਣ ਦੀ ਪਰਸੈਪਸ਼ਨ ਦਾ ਸਾਰਾ ਕੁਝ ਹੀ ਬਦਲਤਾ। ਉਹਦੇ ਚੋਂ ਅੱਜ ਕੱਲ ਮੋਦੀ ਦਾ ਜਾਂ ਜਿਹੜੀਆਂ ਗੱਲਾਂ ਨਿਕਲਦੀਆਂ ਹਿੰਦੂ ਰਾਸ਼ਟਰ ਦੀਆਂ, ਉਸੇ ਚੋਂ ਨਿਕਲੀਆਂ। ਇਹ ਸਾਰਾ ਕੁਝ ਕੋਈ ਇਹ ਨਹੀਂ ਹੈ ਵੀ ਕਿਸੇ ਦੇਸ਼ ਨੂੰ ਨਹੀਂ ਕੀਤਾ ਐਕਸੈਪਟ, ਵੀ ਛੋਟੀ ਜਿਹੀ ਮਿਨੋਰਿਟੀ ਉੱਤੇ ਸਾਰਾ ਕੁਝ ਕਰਨ ਤੋਂ ਬਾਅਦ ਦੇਸ਼ ਦੀ ਪੋਲਿਟਿਕਸ ਨਹੀਂ ਬਦਲੀ। ਉਦੋਂ ਪਿੱਛੋਂ ਸਾਰੇ ਦੇਸ਼ ਦੀ ਪੋਲਿਟਿਕਸ, ਸਿਕਿਉਰਿਟੀ ਆਪਰੇਟਸ, ਬੰਦਿਆਂ ਦਾ ਸਿਕਿਉਰਿਟੀਆਂ 'ਚ ਪੋਲੀਟੀਸ਼ੀਅਨਾਂ ਦਾ ਘਿਰ ਜਾਣਾ, ਸਾਰਾ ਇਹ ਸਾਰਾ ਕੁਝ ਉਸੇ 84 ਦੇ ਪਰਸੈਪਸ਼ਨ 'ਚੋਂ ਨਿਕਲਿਆ। ਮੈਂ ਬਿਲਕੁਲ ਛੋਟੀ ਜਿਹੀ ਗੱਲ ਕੀਤੀ ਸੀ ਕਿ ਜਿਹੜਾ ਪੋਲੀਟੀਕਲ ਡਿਸਕੋਰਸ ਹੈ ਦਿੱਲੀ ਪ੍ਰਦੇਸ਼ ਦਾ, ਉਹ 'ਚ ਇਹ ਮੈਟਰ ਨਹੀਂ ਕਰਦੀ। ਮੈਂ ਇਲੈਕਸ਼ਨ ਦੀ ਗੱਲ ਕਰ ਰਹੀ, ਮੈਂ ਦੇਸ਼ ਦੀ ਸਿਆਸਤ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ। ਮੈਂ ਸਿਰਫ ਦਿੱਲੀ ਦੀ ਗੱਲ ਆ ਕਿ ਜੇਕਰ ਇਹਨੇ ਨੈਰੇਟਿਵ ਬਦਲਿਆ ਤੇ ਫਿਰ ਬੀਜੇਪੀ ਨੇ ਤਰਜੀਹੀ ਆਧਾਰ ਦੇ ਉੱਤੇ ਇਹਦੇ ਤੇ ਫੈਸਲੇ ਕਰਾਉਣ ਲਈ ਫਾਸਟ ਟਰੈਕ ਕੋਰਟਸ ਕਿਉਂ ਨਹੀਂ ਬਿਠਾਈਆਂ, ਉਹਦੇ 'ਚ ਆਪਣੇ ਬਿਹਤਰ ਵਕੀਲ ਕਿਉਂ ਨਹੀਂ ਦਿੱਤੇ, ਤੇ ਲੋਕ ਹੁਣ ਤੱਕ ਫੈਸਲੇ ਹੋ ਕੇ ਸਜ਼ਾਵਾਂ ਕਿਉਂ ਨਹੀਂ ਹੋਈਆਂ ਇੱਕ ਦੁੱਕਾ ਮਾਮਲਿਆਂ ਨੂੰ ਛੱਡ ਕੇ। ਦੇਖੋ ਸਵਾਲ ਇਹ ਆ ਵੀ ਦੇਖੋ ਇਹ ਇਲੈਕਸ਼ਨ ਤੱਕ ਹੁੰਦਾ ਸਾਰਾ ਕੁਝ। ਇਲੈਕਸ਼ਨ ਦੇ ਲਈ ਜਿੰਨੀ ਕੁ ਲੋੜ ਆ ਉਹਨਾਂ ਕੁ ਕਰ ਦੇਣਾ, ਕਮਿਸ਼ਨ ਬਹਾ ਦੇਣਾ, ਕਮਿਸ਼ਨ ਦਾ ਕਰ ਦੇਣਾ ਸਾਰਾ ਕੁਝ। ਉਦੋਂ ਪਿੱਛੋਂ ਕੰਪਨਸੇਸ਼ਨ ਦਿੱਤੇ ਗਏ ਜਦੋਂ ਇਹ ਬੀਜੇਪੀ ਗਵਰਨਮੈਂਟ ਆਈ, ਤੇ ਉੱਥੇ ਕਈ ਕੁਝ ਦਿੱਤਾ ਗਿਆ, ਪੈਸੇ ਪੂਸੇ ਸਾਰੇ ਉਦੋਂ ਬਾਅਦ ਵੀ ਕਾਫੀ ਦਿੱਤੇ ਗਏ ਦਿੱਲੀ ਦੇ ਵਿੱਚ। ਅਜੇ ਤੱਕ ਉਹ ਪ੍ਰੋਸੈਸ ਚੱਲ ਰਹੇ ਆ ਪੈਸੇ ਦੇਣ ਲੈਣ ਦੇ। ਤੇ ਇਸ ਕਰਕੇ ਜਿੰਨੀ ਕੁ ਲੋੜ ਹੁੰਦੀ ਆ ਉਹਨਾਂ ਕੁ ਇਹ ਸਾਰੀਆਂ ਪਾਰਟੀਆਂ ਕਰ ਦਿੰਦੀਆਂ। ਪਰ ਇਹਦੇ ਵਿੱਚ ਗੱਲ ਸਾਂਝੀ ਸੀ ਸਾਰੀ, ਜਿਹੜੀ ਉਸ ਵੇਲੇ ਦੀ ਕਾਂਗਰਸ ਤੇ ਬੀਜੇਪੀ ਦਾ ਜਿਹੜਾ ਟੋਟਲ ਸਾਰਾ ਪੋਲੀਟੀਕਲ ਜਿਹੜਾ ਇਹ ਏਜੰਡਾ, ਉਹ ਤਕਰੀਬਨ ਲੰਬਾ ਚੌੜਾ ਫਰਕ ਨਹੀਂ ਸੀਗਾ। ਇਸ ਕਰਕੇ ਜਿੰਨੀ ਕੁ ਲੋੜ ਆ ਦੋਨਾਂ ਨੂੰ ਉਸੇ ਹਿਸਾਬ ਤੇ ਕੀਤਾ। ਇੱਥੇ ਵੀ ਜਿਹੜਾ ਏਜੰਡਾ ਸੀ ਸਾਰਾ, ਉਹ ਸਾਰੀਆਂ ਪਾਰਟੀਆਂ ਨੂੰ ਸੂਟ ਕਰਦਾ।
ਜੇ ਫਰਜ਼ ਕੀਤਾ ਵੀ ਡੇਰਾ ਸੱਚਾ ਸੌਦੇ ਵਾਲੇ ਦੇ ਵਿਰੁੱਧ ਕੋਈ ਐਕਸ਼ਨ ਲਿਆ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਇੱਥੇ ਵੀ ਸਾਥੋਂ ਕੁਝ ਵੋਟਾਂ ਦਾ ਵੱਡਾ ਹਿੱਸਾ ਸਾਥੋਂ ਕਿਤੇ ਪਾਸੇ ਨਾ ਤੁਰ ਜੇ। ਇਸ ਕਰਕੇ ਸਹਿੰਦਾ ਸਹਿੰਦਾ ਹੀ ਇੱਥੇ ਲੈਂਦੇ ਆ, ਸਿੱਖਾਂ ਨੂੰ ਖੁਸ਼ ਵੀ ਰੱਖਦੇ ਆ ਤੇ ਜਿਹੜੇ ਉਹਦੇ ਵਿੱਚ ਟਾਰਗੇਟ ਕੀਤੇ ਜਾਂਦੇ ਬੰਦੇ ਉਹਨਾਂ ਨੂੰ ਵੀ ਇਹ ਆਪ ਤੋਂ ਦੂਰ ਨਹੀਂ ਭਜਾਉਣਾ ਚਾਹੁੰਦੀ, ਕੋਈ ਪਾਰਟੀ ਨਹੀਂ ਭਜਾਉਣਾ ਚਾਹੁੰਦੀ। ਇਹ ਵੀ ਇਸੇ ਕਰਕੇ ਟਿਕਲਿਸ਼ ਬੜੀ ਨਾਜ਼ੁਕ ਜੀ ਸਿਚੁਏਸ਼ਨ ਬਣੀ ਹੋਈ ਹੈ ਜਿਹਦੇ ਵਿੱਚ ਪਾਰਟੀਆਂ ਆਪਰੇਟ ਕਰਦੀਆਂ। ਗੱਲ ਹੈ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਅਸੈਂਬਲੀ ਇਲੈਕਸ਼ਨ ਪੰਜਾਬ ਦੇ ਵਿੱਚ ਡੇਰਾ ਸੱਚਾ ਸੌਦਾ ਨੇ ਅਕਾਲੀ ਦਲ ਨੂੰ ਸਪੋਰਟ ਕੀਤਾ ਸੀ ਤੇ ਸੀਟਾਂ ਤਾਂ ਵਿਚਾਰੇ ਨੇ 3 ਰਹਿ ਗਈਆਂ ਉਹਨਾਂ ਦੀਆਂ। ਸੋ ਇਹਦੇ ਨਾਲ ਡੇਰਾ ਸੱਚਾ ਸੌਦਾ ਵੀ ਐਕਸਪੋਜ਼ ਹੋ ਗਿਆ ਨਾਲ। ਹਾਂ, ਇਹ ਵੋਟ ਪੈਟਰਨ ਜਿਹੜਾ ਬੜਾ ਧਾਕੜ ਤਰੀਕੇ ਨਾਲ ਮੰਨਿਆ ਜਾਂਦਾ ਸੀ ਕਿ ਜੇ ਕਿਤੇ 7 ਤੋਂ 8% ਵੋਟ ਇਕੱਠੀ ਇੱਕ ਮੁਸ਼ਤ ਪੈ ਗਈ, ਉਹ ਤਾਂ ਬੰਦਾ ਉਹਦਾ ਤਾਂ ਕਿੰਨੀਆਂ ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈ ਜਾਊਗਾ। ਸਰਦਾਰ ਹਮੀਰ ਸਿੰਘ ਜੀ, 2 ਗੱਲਾਂ ਇਹਦੇ ਚ ਐਮ ਨਿਕਲ ਕੇ ਆਈਆਂ। ਇੱਕ ਤਾਂ ਸਰਦਾਰ ਜਗਤਾਰ ਸਿੰਘ ਹੋਰੀ ਜਿਵੇਂ ਕਹਿ ਰਹੇ ਪਹਿਲਾਂ ਕਿ ਇਹਨੇ ਰੁਲ ਜਾਣਾ ਕੇਸ ਨੇ, ਇਹਦਾ ਬਣਨਾ ਕੱਖ ਨਹੀਂ। ਤੇ ਦੂਜਾ ਸਵਾਲ, ਤੁਹਾਡੀ ਅਕਾਲੀ ਲੀਡਰਸ਼ਿਪ ਦੇ ਅਹਿਮ ਲੋਕਾਂ ਨਾਲ ਗੱਲਬਾਤ ਹੋ ਰਹੀ ਸੀਗੀ, ਉਹ ਕੀ ਸੋਚ ਰਹੇ ਆ ਕਿ ਇਸ ਵੱਡੀ ਵਿਪਤਾ ਚੋਂ ਉੱਭਰ ਆਉਣਗੇ? ਜੇ ਇਹ ਕੇਸ ਲੰਬੇ ਸਮੇਂ ਤੱਕ ਚੱਲਦਾ ਫੇਰ ਵੀ ਇਹਦੇ ਵਿੱਚ ਉਹਨਾਂ ਨੂੰ ਨੁਕਸਾਨ ਆ, ਸਗੋਂ ਜੇਕਰ ਇਹ ਕਾਹਲੀ ਦੇ ਵਿੱਚ ਇਹਦੇ ਚ ਫੈਸਲੇ ਆਉਂਦੇ ਆ, ਕੋਈ ਕੋਰਟ ਉਹਨਾਂ ਨੂੰ ਰਾਹਤ ਦੇ ਦਿੰਦੀ ਹੈ ਜਾਂ ਕੁਝ ਹੁੰਦਾ, ਫਿਰ ਤਾਂ ਸ਼ਾਇਦ ਇਹਦੇ ਵਿੱਚੋਂ ਸਰਵਾਈਵਲ ਲਈ, ਦੁਬਾਰਾ ਰਿਵਾਈਵਲ ਲਈ ਸੌਖਾ ਆਸਾਨ ਰਸਤਾ ਸੀ। ਨਹੀਂ, ਮਾਮਲਾ ਪੋਲੀਟੀਕਲ ਹੈ, ਜਿਹੜਾ ਪੋਲੀਟੀਕਲ ਸਾਈਡ ਹੈ ਉਹਦੀ, ਉਹ ਅਕਾਲੀ ਦਲ ਡੈਮੇਜ ਹੋ ਗਿਆ, ਉਹਦੇ ਚੋਂ ਉੱਭਰਨਾ ਬੜਾ ਮੁਸ਼ਕਲ ਕੰਮ ਇਸ ਕਰਕੇ ਹੈ ਕਿ ਉਹਦੇ ਚੋਂ ਉੱਭਰਨ ਦੇ ਲਈ ਤਾਂ ਜਾਂ ਅਕਾਲ ਤਖਤ ਜਾਂ ਸਿੱਖਾਂ ਦੇ ਮਨਾਂ ਚੋਂ ਉੱਭਰਨਾ ਹੈ ਨਾ, ਤੇ ਉਹ ਮਨਾਂ ਚੋਂ ਉੱਭਰਨ ਵਾਲਾ ਕੰਮ ਕੀ ਹੈ? ਜਾਂ ਤਾਂ ਉਹ ਬਹੁਤ ਕਲੀਅਰ ਕੱਟ ਏਜੰਡਾ ਲੈ ਕੇ ਜਨਤਕ ਮਾਫੀ ਮੰਗ ਕੇ ਤੁਰਦਾ ਕੋਈ ਕਿ ਮੈਂ ਹੁਣ ਉਸ ਗੱਲ ਤੇ ਜਿਹਨਾਂ ਨੂੰ ਛੱਡ ਗਿਆ ਸੀ ਉਹਦੇ ਤੇ ਆ ਗਿਆ, ਉਸ ਗੱਲ ਤੇ ਖੜਾ, ਇੱਕ ਪੋਲੀਟੀਕਲ ਲੜਾਈ ਲੜ ਰਿਹਾ ਕੋਈ, ਜਾਂ ਤਾਂ ਉਧਰ ਜਾਏ, ਉਧਰ ਦਾ ਤਾਂ ਹਜੇ ਤੱਕ ਕੋਈ ਸਕੋਪ ਨਹੀਂ ਇਸ ਕਰਕੇ ਉੱਭਰਨ ਦਾ। ਦੂਜੀ ਗੱਲ ਇਹ ਟੈਕਨੀਕਲ ਸਵਾਲ ਹੈ ਕਿ ਜੀ ਕੋਰਟ ਕੀ ਕਰਦੀ ਹੈ, ਕਿੰਨਾ ਚਿਰ ਕਰਦੀ ਹੈ, ਕਿੰਨਾ ਚਿਰ ਨਹੀਂ। ਮੈਨੂੰ ਲੱਗਦਾ ਕਿ ਬੈਲੈਂਸ ਆਫ ਫੋਰਸਸ ਦਾ ਕੁਐਸਚਨ ਹੈ ਪੰਜਾਬ ਦੇ ਵਿੱਚ। ਜੇਕਰ ਪੰਜਾਬ ਦੇ ਲੋਕਾਂ ਦਾ ਜਿੰਨਾ ਦਬਾਅ ਰਹੂਗਾ, ਲਾਅ ਵੀ ਉਸੇ ਤਰੀਕੇ ਨਾਲ ਉੱਥੇ ਤੱਕ ਜਾਂਦੇ ਨੇ। ਬਹੁਤ ਕਲੀਅਰ ਕੱਟ ਵੱਡੇ ਬੰਦਿਆਂ ਦੇ ਨਾਂ ਦੇ ਮਾਮਲੇ ਦੇ ਵਿੱਚ ਵੀ ਇਹ ਗੱਲਾਂ ਦੁਬਾਰਾ ਰਿਵਾਈਜ਼ ਵੀ ਕੋਰਟਾਂ ਨੂੰ ਕਰਨੀਆਂ ਪਈਆਂ ਨੇ। ਆ ਜਿੰਨੇ ਮਾਮਲੇ ਨੇ, ਮਤਲਬ ਰੇਪ ਕੇਸ 3500 ਹੋ ਜਾਂਦਾ, ਕੋਈ ਪੁੱਛਦਾ ਹੀ ਨਹੀਂ, ਕਦੇ ਵੀ ਨਹੀਂ ਕੋਈ ਪੁੱਛਦਾ, ਗੋਲੀਆਂ ਨਾਲ ਬੰਦੇ। ਔਰ ਇਦੋਂ ਪਹਿਲਾਂ 98-99 ਦੀ ਗੱਲ ਹੈ, 98 ਦੀ ਸ਼ਾਇਦ ਜਾਂ 99 ਦੀ, ਉਹ ਕੁੜੀ ਜੈਸਿਕਾ ਲਾਲ ਮਾਰੀ ਸੀਗੀ, ਵਿਨੋਦ ਸ਼ਰਮੇ ਦਾ ਮੁੰਡਾ, ਉਦੋਂ ਕਾਂਗਰਸ ਦਾ ਲੀਡਰ ਤੇ ਠੇਕੇਦਾਰ, ਵੱਡਾ ਅਮੀਰ ਆਦਮੀ ਸੀ, ਤੇ ਕੋਰਟ ਨੇ ਬਰੀ ਕਰਤਾ, ਸੁਪਰੀਮ ਕੋਰਟ ਤੱਕ ਬਰੀ ਹੋ ਗਈ, ਜਾ ਕੇ ਬਰੀ ਹੋ ਗਿਆ ਵੀ ਕੋਈ ਨਹੀਂ, ਨੋ ਬਨ ਕੇ ਜੈਸਿਕਾ ਲਾਲ, ਉਹ ਕਹਿੰਦੇ ਕਿਸੇ ਨੇ ਨਹੀਂ ਮਾਰੀ, ਇਹਦਾ ਮਤਲਬ ਕੋਈ ਇਹਦਾ ਕ੍ਰਾਈਮ ਹੋਇਆ ਹੀ ਨਹੀਂ, ਤੁਸੀਂ ਕਿਹੜੇ ਪਾਸੇ ਤੁਰੇ ਫਿਰਦੇ ਹੋ। ਔਰ ਉਹ ਹਜੂਮ ਆਇਆ ਦਿੱਲੀ ਦੇ ਵਿੱਚ ਤੇ ਦੇਸ਼ ਦੇ ਵਿੱਚ ਉੱਭਰ ਕੇ, ਉਸੇ ਕੋਰਟ ਨੇ ਦੁਬਾਰਾ ਕੇਸ ਸਾਂਭਿਆ ਤੇ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹਜੇ ਤੱਕ। ਮਤਲਬ ਇੱਕ ਗੱਲ ਇਹ ਜ਼ਰੂਰ ਹੁੰਦੀ ਹੈ ਕਿ ਫੰਡਾਮੈਂਟਲੀ ਇਹ ਨਹੀਂ ਹੁੰਦਾ ਕਿ ਕੁਛ, ਜੇਕਰ ਉਹ ਹੁੰਦਾ ਕਿ ਪਬਲਿਕ ਕਿਸੇ ਇਸ਼ੂ ਤੇ ਕਿਸ ਲੈਵਲ ਤੱਕ ਸਸਟੇਨਡ ਸਟਰਗਲ ਲੜ ਸਕਦੀ ਹੈ, ਇੱਕ ਲਗਾਤਾਰਤਾ ਦਾ ਲੱਗ ਸਕਦੀ ਹੈ, ਤਾਂ ਜਿਹੜੀ ਸਟੇਟ ਵੀ ਹੁੰਦੀ ਹੈ ਤਾਂ ਉਹ ਸਟੇਟ ਆਪਦੇ ਛੋਟੇ ਮੋਟੇ ਮੋਹਰਿਆਂ ਨੂੰ ਇੱਧਰ ਉੱਧਰ ਕਰ ਸਕਦੀ ਹੈ, ਬੜੀ ਗੱਲ ਨਹੀਂ, ਉਹਦੇ ਲਈ ਐਡਾ ਇੰਪੋਰਟੈਂਟ ਵੀ ਨਹੀਂ ਹੁੰਦਾ ਕੋਈ ਮੋਹਰਾ ਛੋਟਾ ਮੋਟਾ ਜਿਹੜਾ। ਜੇਕਰ ਹਾਂ ਜੇ ਨਾਰਮਲ ਹਾਲਾਤ 'ਚ ਇੱਧਰ ਉੱਧਰ ਚਲੇ ਜਾਂਦੇ ਨੇ ਤਾਂ ਕਾਹਦੇ ਲਈ ਉਹ ਆਪਣਾ ਮੋਹਰਾ ਗਵਾਏ, ਕਿਉਂ ਆਪਣਾ ਭਰੋਸਾ ਗਵਾਏ? ਅਗਲਾ ਕਹਿੰਦਾ ਜੀ ਇਹ ਤਾਂ ਠੀਕ ਹੈ, ਇੰਨੀ ਕੀ ਗੱਲ ਹੈ, ਉਹ ਉਸ ਲੈਵਲ ਦੇ ਉੱਤੇ ਨੇ। ਤੇ ਅਗਲੀ ਗੱਲ ਇਹ ਜ਼ਰੂਰ ਹੈ ਕਿ ਜਿਹੜੇ ਇਸ਼ੂ ਜਦੋਂ ਡਿਸਕਸ ਹੋ ਰਹੇ ਨੇ, ਇਹਦੇ ਤੇ ਪ੍ਰਿੰਸੀਪਲਡ ਗੱਲ ਡਿਸਕਸ ਨਹੀਂ ਹੋ ਰਹੀ। ਹੁਣ ਪਹਿਲਾਂ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਇੱਕ ਬਿੱਲ ਭੇਜਤਾ ਰਾਸ਼ਟਰਪਤੀ ਕੋਲ ਪਿਆ ਕਿ ਜੀ ਧਾਰਮਿਕ ਗ੍ਰੰਥਾਂ ਦੇ ਮਾਮਲੇ 'ਚ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ, ਬਾਕੀ ਧਾਰਮਿਕ ਗ੍ਰੰਥਾਂ ਦੇ ਰੂਪ ਦੇ ਵਿੱਚ ਵੀ ਅੱਜ ਵੀ ਭਗਵੰਤ ਮਾਨ ਹੋਣੀ ਕਹਿ ਰਹੇ ਨੇ ਕਿ ਅਸੀਂ ਹੋਮ ਮਿਨਿਸਟਰ ਨੂੰ ਲਿਖਿਆ ਹੋਇਆ ਕਿ ਘੱਟੋ ਘੱਟ 20 ਸਾਲ ਹੀ ਨਹੀਂ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਫਿਊਚਰ 'ਚ, ਭਵਿੱਖ 'ਚ ਜਿਹੜਾ ਵੀ ਕੋਈ ਗੱਲ ਕਰਦਾ। ਕੀ ਇਹ ਪੰਜਾਬ ਦੇ ਮਿਜਾਜ ਜਾਂ 21ਵੀਂ ਸਦੀ ਦੇ ਮਿਜਾਜ ਦੇ ਮੁਤਾਬਕ ਹੈ, ਜਦੋਂ ਸਾਰੇ ਯੂਰਪੀਅਨ ਦੇਸ਼ ਫਾਂਸੀ ਦੀ ਸਜ਼ਾ ਖਤਮ ਕਰ ਚੁੱਕੇ ਨੇ? ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਮਿਲੀ। ਸਾਡਾ ਪੋਲੀਟੀਸ਼ੀਅਨ ਸਿਧਾਂਤਕ ਸੂਝ-ਬੂਝ 'ਚੋਂ ਆਪਣੇ ਬਿਆਨ ਦੇ ਰਿਹਾ, ਜਾਂ ਜੋ ਮਰਜ਼ੀ ਹੁੰਦਾ, ਜਿਹਨੂੰ ਮਰਜ਼ੀ ਕਹਿ ਲਓ। ਸਵਾਲ ਫਾਂਸੀ ਦੇਣਾ ਜਾਂ ਉਮਰ ਕੈਦ ਦੇਣੀ ਹੈ ਜਾਂ 3 ਸਾਲ ਹੁੰਦਾ, ਉਹ ਭਾਈ ਸਾਹਿਬ ਤੁਹਾਡੀਆਂ ਏਜੰਸੀਆਂ ਹੀ ਕੰਮ ਨਹੀਂ ਕਰਦੀਆਂ, ਹਜੇ ਤਾਂ ਸਾਲ ਜੋਗਾ ਨਹੀਂ ਕਰ ਰਹੀਆਂ, 6 ਮਹੀਨੇ ਸਜ਼ਾ ਜੋਗਾ ਨਹੀਂ ਕਰ ਰਹੀਆਂ, 3 ਸਾਲ ਜੋਗਾ ਨਹੀਂ ਕਰ ਰਹੀਆਂ। ਫਾਂਸੀਆਂ ਫੂਸੀਆਂ ਤਾਂ ਦੂਰ ਦੀ ਗੱਲ ਹੈ, ਉਦੋਂ ਬਾਅਦ ਇਦੋਂ ਪਹਿਲਾਂ ਫਾਂਸੀ ਦੀ ਸਜ਼ਾ ਹੈਗਾ, ਉਹਦੇ ਨਾਲ ਕ੍ਰਾਈਮ ਥੋੜੀ ਘਟ ਜਾਂਦਾ। ਇੱਕ ਨਵੀਂ ਡਿਬੇਟ ਛੇੜਦੇ ਹੋ ਤੁਸੀਂ ਕਿ ਕਿਹੜੀ ਪਾਰਟੀ, ਜਿੱਥੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ, ਰਾਜੂ ਆਨੰਦ ਦੇ ਮਾਮਲੇ 'ਚ ਫਿਰ ਫਾਂਸੀ ਹੈਗੀ ਹੈ ਤਾਂ ਦਵਾ ਦਿਓ, ਫਿਰ ਤੁਸੀਂ ਉਹਦੇ ਪੱਖ 'ਚੋਂ। ਦੂਜੇ ਪਾਸੇ ਤੁਸੀਂ ਕਹੀ ਜਾਂਦੇ ਉਹਨਾਂ ਨੂੰ ਛੁਡਾਉਣ ਦੇ ਪੱਖ 'ਚ। ਅਸੀਂ ਕੋਈ ਇੱਕ
ਪ੍ਰਿੰਸੀਪਲ ਸਟੈਂਡ ਤਾਂ ਕਿਸੇ ਮੁੱਦਿਆਂ ਤੇ ਹੁੰਦਾ ਨਾ, ਕਿਸੇ ਅਪਰੋਚ ਦਾ, ਉਹ ਪੋਲਿਟਿਕਸ ਹੁੰਦੀ ਹੈ ਜਦੋਂ ਤੁਹਾਡਾ ਸਟੈਂਡ ਹੁੰਦਾ। ਤੁਸੀਂ ਪੋਲਿਟਿਕਸ ਕਰ ਹੀ ਨਹੀਂ ਰਹੇ, ਮੈਨੂੰ ਨਹੀਂ ਲੱਗਦਾ ਇੱਥੇ ਪੋਲਿਟਿਕਸ ਹੋ ਰਹੀ ਹੈ, ਇੱਥੇ ਪਾਰਟੀਆਂ ਦੀ ਗਰੁੱਪਬਾਜੀ ਹੋ ਰਹੀ ਹੈ, ਸਿਆਸਤ ਨਹੀਂ ਹੋ ਰਹੀ। ਸਿਆਸਤ ਇੱਕ ਪ੍ਰਿੰਸੀਪਲ ਸਟੈਂਡ ਦਾ ਨਾਮ ਹੁੰਦਾ ਹੈ ਕਿ ਤੁਸੀਂ ਕਹਿੰਦੇ ਹੋ ਮੈਂ ਇੱਥੇ ਸਟੇਟ ਨੂੰ ਇਸ ਪਾਸੇ ਲੈ ਕੇ ਜਾਣਾ, ਮੇਰੇ ਕੋਲ ਆਹ ਨਕਸ਼ਾ ਹੈ ਸਾਡੀ ਸਟੇਟ ਦੇ ਮਾਮਲੇ ਦੇ ਵਿੱਚ, ਲਾ ਐਂਡ ਆਰਡਰ ਦੇ ਮਾਮਲੇ 'ਚ, ਇਕਨੋਮੀ ਦੇ ਮਾਮਲੇ 'ਚ, ਸੱਭਿਆਚਾਰ ਦੇ ਮਾਮਲੇ 'ਚ, ਸਮਾਜਿਕ ਖੇਤਰ ਦੇ ਮਾਮਲੇ 'ਚ। ਸਾਡਾ ਸਿਆਸਤ ਦਾ ਨਾਮ ਬਦਨਾਮ ਕਰਤਾ ਕਿ ਸਿਆਸਤ ਹੋ ਰਹੀ ਹੈ। ਸਿਆਸਤ ਵਰਗੀ ਵੱਡੀ ਚੀਜ਼ ਅਸੀਂ ਧੜੇ 'ਚ ਪੈ ਗਏ ਆ, ਔਰ ਜਿਹੜੀ ਕਾਮਾਕਲੀ ਹੈ ਉਹਦੇ ਖਾਤੇ ਪਾਤੀ ਹੈ ਸਿਆਸਤ ਅਸਲ ਦੇ ਵਿੱਚ। ਔਰ ਜੇ ਸਿਆਸਤ ਹੋਈ ਹੁੰਦੀ, ਸਮਝਦਾਰੀ ਹੁੰਦੀ, ਤਾਂ ਪੰਜਾਬ ਦਾ ਟੈਕਸਚਰ ਸਮਝਿਆ ਜਾਂਦਾ, ਪੰਜਾਬ ਕਿਹੜੀਆਂ ਗੱਲਾਂ ਨੂੰ ਮਹਿਸੂਸ ਕਰ ਰਿਹਾ, ਕਿਹੜੇ ਦੁਖਾਂਤਾਂ ਚੋਂ ਨਿਕਲ ਕੇ ਆ ਰਿਹਾ, ਉਹਦੀ ਸਮਝਦਾਰੀ ਹੁੰਦੀ ਤਾਂ ਸਿਆਸਤ ਹੁੰਦੀ। ਇਹ ਸਮਝਦਾਰੀ ਨਹੀਂ, ਇਹ ਨਾਰਮਲ ਹਾਲਾਤ 'ਚ ਵੋਟਾਂ ਦਾ ਜੋੜ ਤੋੜ ਹੈ ਕਿ ਬਾਬੇ ਦੀਆਂ ਵੀ ਲੈ ਲਓ 5%, ਪੰਥ ਦੀਆਂ ਵੀ ਲੈ ਲਓ ਇੰਨੀਆਂ ਕੁ। ਇਹ ਨਹੀਂ ਕਿ ਰਾਮ ਰਹੀਮ ਦੀ ਵੋਟ ਖਤਮ ਹੋ ਗਈ ਜਾਂ ਮਾਈਨਸ ਹੋ ਗਿਆ, ਬਿਲਕੁਲ ਨਹੀਂ। ਜਦ ਤੁਹਾਡੀ ਕੋਰ ਵੋਟ ਜਾਂਦੀ ਆ ਉਦੋਂ ਰਾਮ ਰਹੀਮ ਵੀ ਕੰਮ ਨਹੀਂ ਕਰਦਾ। ਕੋਰ ਵੋਟ ਚਲੀ ਗਈ, ਕੋਰ ਖੁਹਾ ਕੇ ਬਾਕੀ ਦਾ ਸਵਾਲ ਹੈ, ਤੁਸੀਂ ਉਹ ਨਹੀਂ ਕਰ ਸਕਦੇ। ਔਰ ਦੂਜੇ ਪਾਸੇ ਇਹ ਨਹੀਂ ਕਿ ਕਾਂਗਰਸ ਦੀ ਦਲਿਤ ਤੇ ਪਲੱਸ ਹਿੰਦੂ ਵੋਟ ਖਤਮ ਹੋ ਜਾਂਦੀ ਹੈ, ਪਰ ਜਦ ਤੁਹਾਡਾ ਕੋਰ ਚਲਾ ਜਾਂਦਾ, ਜੋ ਬੀਜੇਪੀ ਨਾਲ ਚਲਾ ਜਾਏ, ਬਾਕੀ ਚੋਂ ਤੁਹਾਨੂੰ ਉਨੀ ਕੁ ਮਿਲਦੀ ਹੈ ਵੋਟ। ਇਹ ਨਹੀਂ ਕਿ ਉਹਨੂੰ ਜੱਟ ਸਿੱਖ ਵੋਟ ਨਹੀਂ ਮਿਲਦੀ ਜਾਂ ਬਾਕੀ ਵੋਟ ਨਹੀਂ ਮਿਲਦੀ। ਇਸ ਲਈ ਸਿਆਸਤ 'ਚ ਵੀ ਪਰਮਾਨੈਂਟ ਨਾਂ ਦੀ ਚੀਜ਼ ਨਹੀਂ ਹੈ ਕੋਈ, ਪਰ ਜਿਹੜੀਆਂ ਵੀ ਪਾਰਟੀਆਂ ਹਿਸਟੋਰੀਕਲ ਰਹੀਆਂ ਨੇ ਉਹਨਾਂ ਦਾ ਇੱਕ ਆਈਡੀਓਲੋਜੀਕਲ ਸੈੱਟ ਪੈਟਰਨ ਰਿਹਾ ਤੇ ਉਹ ਆਪਣੇ ਕੋਰ ਵੋਟ ਨੂੰ ਕੇਟਰ ਕਰਦੇ ਰਹੇ ਨੇ। ਅਕਾਲੀ ਦਲ ਦਾ ਸਭ ਤੋਂ ਬੜਾ ਫੰਡਾ ਇਹ ਹੋ ਗਿਆ ਕਿ ਅਸੀਂ ਆਪਣੇ ਕੋਰ ਵੋਟ ਨੂੰ ਕੇਟਰ ਕਰਨ ਦੀ ਬਜਾਏ ਉਧਰ ਫਿੱਟ ਕਰ ਲਈ। ਉਹਨੇ ਟੇਕਨ ਫਾਰ ਗਰੰਟਡ ਲੈ ਲਈ ਵੀ ਇਹ ਤਾਂ ਕਿੱਧਰ ਜਾਣਗੇ, ਹੋਰ ਪੰਥਕ ਪਾਰਟੀਓ ਨਹੀਂ, ਇਹ ਤਾਂ ਸਾਡੇ ਨਾਲ ਹੀ ਰਹਿਣਗੇ। ਆਪਾਂ ਜਿਹੜਾ ਐਡੀਸ਼ਨਲ ਹੈ ਉਹਨੂੰ ਨਾਲ ਲੈ ਲਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਔਰ ਜਦੋਂ ਕੋਰ ਹਿੱਲ ਜਾਂਦਾ ਤਾਂ ਐਡੀਸ਼ਨਲ ਵੀ ਖਿੰਡ ਜਾਂਦਾ। ਨਿਊਕਲੀਅਸ ਤੋਂ ਬਿਨਾਂ ਚੀਜ਼ਾਂ ਰੋਟੇਟ ਨਹੀਂ ਕਰਦੀਆਂ, ਚੀਜ਼ਾਂ ਖਿੰਡ ਜਾਂਦੀਆਂ ਨੇ, ਸਾਰੀਆਂ ਨਹੀਂ ਆਉਂਦੀਆਂ ਉਸ ਮਾਮਲੇ 'ਚ। ਇਸੇ ਕਰਕੇ ਉਹ ਨਿਊਕਲੀਅਸ ਕਿੱਥੇ ਆਵੇ, ਕਿਵੇਂ ਆਵੇ ਦੁਬਾਰਾ, ਇਹ ਫੰਡਾਮੈਂਟਲ ਕੁਐਸਚਨ ਅਕਾਲੀ ਦਲ ਦੇ ਸਾਹਮਣੇ ਖੜਾ ਹੈ। ਇਹ ਫੰਡਾਮੈਂਟਲ ਕੁਐਸਚਨ ਨੈਸ਼ਨਲ ਲੈਵਲ ਤੇ ਕਾਂਗਰਸ ਦੇ ਸਾਹਮਣੇ ਖੜਾ ਹੈ। ਕਾਂਗਰਸ ਨੇ ਬਾਬਰੀ ਮਸਜਿਦ ਦਾ ਜਿੰਦਾ ਖੁਲਾ ਕੇ, ਕਾਂਗਰਸ ਨੇ ਸਿੱਖਾਂ ਨੂੰ ਖੂੰਜੇ ਲਾ ਕੇ ਦੇਸ਼ ਚੋਂ ਹਿੰਦੂਤਵ ਦੇ ਨਾਂ ਤੇ ਵੋਟਾਂ ਲੈ ਕੇ ਜਿਹੜਾ ਰਾਹ ਸਿਰਜਿਆ ਸੀ ਤੇ ਉਹ ਗਰਮ ਹਿੰਦੂਤਵ, ਸਰਗਰਮ ਹਿੰਦੂਤਵ ਬੀਜੇਪੀ ਨੇ ਲੈ ਲਿਆ। ਕਾਂਗਰਸ ਸੌਫਟ ਹਿੰਦੂਤਵੀ ਪਾਰਟੀ ਬਣ ਗਈ ਤੇ ਨਹੀਂ ਦਿਖ ਰਿਹਾ ਦੁਨੀਆ ਦੇਸ਼ ਦੇ ਵਿੱਚ ਕਿਤੇ ਵੀ ਉਹਦਾ ਸਿਸਟਮ। ਉਹਨੇ ਆਪਣਾ ਫੰਡਾਮੈਂਟਲ ਧਰਮ ਨਿਰਪੱਖਤਾ ਦਾ ਮੁਖੌਟਾ ਜਿਹੜਾ ਸੀ ਇਹ 84 ਚ ਖੋ ਲਿਆ ਸੀ, ਉਦੋਂ ਬਾਅਦ ਵੀ ਬੜੇ ਪੱਧਰ ਤੇ ਖੋ ਲਿਆ। ਜਦੋਂ ਤੁਸੀਂ ਪ੍ਰਿੰਸੀਪਲ ਲਾਈਨ ਨੂੰ ਇਹ 84 ਦਾ ਤੇ ਸਿੱਖ ਪੋਲਿਟਿਕਸ ਦਾ ਅਸਰ ਹੈ ਉਹਦੇ ਤੇ, ਕਿਉਂਕਿ ਉਹਨੇ ਫੰਡਾਮੈਂਟਲ ਚੀਜ਼ ਖੋ ਲਈ ਜਿੱਤੇ ਲੋਕ ਦੇਸ਼ ਦੇ ਯਕੀਨ ਕਰਦੇ ਸੀ ਕਿ ਧਰਮ ਨਿਰਪੱਖ ਪਾਰਟੀ ਹੈ, ਭਾਵੇਂ ਸੀ ਜਾਂ ਨਹੀਂ ਉਹ ਅਲੱਗ ਸਵਾਲ ਸੀ। ਇੱਕ ਪਰਸੈਪਸ਼ਨ ਗੇਮ ਚੋਂ ਬਾਹਰ ਚਲੀ ਗਈ। ਇਸੇ ਕਰਕੇ ਕੁਐਸਚਨ ਹੁਣ ਹਿੰਦੂਤਵ ਦੀ ਲੜਾਈ ਤੇ ਵਰਸਸ ਖਾਲਿਸਤਾਨ ਹੋਊਗਾ ਜਾਂ ਹਿੰਦੂਤਵ ਨੂੰ ਕਾਊਂਟਰ ਫੈਡਰਲ ਸਟਰਕਚਰ ਨਾਲ, ਸੈਕੂਲਰ ਸੈਟਅਪ ਨਾਲ, ਰੂਲ ਆਫ ਲਾ ਨਾਲ ਕੀਤਾ ਜਾਊਗਾ। ਇਹ ਸਭ ਤੋਂ ਬੁਨਿਆਦੀ ਡਿਬੇਟ ਦਾ ਇਸ਼ੂ ਸਾਡੇ ਕੰਟਰੀ ਦੇ ਵਿੱਚ ਅੱਜ ਕੱਲ ਬਣਦਾ ਜਾ ਰਿਹਾ, ਜਿਹੜੀਆਂ ਡਿਫਰੈਂਟ ਪਾਰਟੀਆਂ ਨੇ ਉਹ ਬਣਾ ਰਹੀਆਂ ਨੇ। ਤੁਸੀਂ ਬਹੁਤ ਡੂੰਘੀ ਬਹਿਸ ਚ ਲੈ ਗਏ ਹੋ। ਮੈਨੂੰ ਪੱਛਮੀ ਬੰਗਾਲ ਦੇ ਜੋਤੀ ਬਾਸੂ ਯਾਦ ਆਉਂਦੇ ਆ, ਔਰ ਇੰਜ ਲੱਗਦਾ ਸੀ ਜਿੱਦਾਂ ਇੱਕ ਬੜਾ ਤੈਅ ਸਿਸਟਮ ਬਣ ਗਿਆ, ਉਹਨੂੰ ਹਿਲਾਇਆ ਨਹੀਂ ਜਾ ਸਕਦਾ। ਜਿਸ ਤਰੀਕੇ ਨਾਲ ਸੱਤਾ 'ਚ ਲੋਕਾਂ ਦੀ ਹਿੱਸੇਦਾਰੀ ਬਣਾ ਲਈ ਗਈ ਸੀ, ਸੱਤਾ ਦੇ ਨਾਲ ਰਹਿਣਾ ਲੋਕਾਂ ਨੇ ਸਿੱਖ ਲਿਆ ਸੀ, ਫਿਰ ਹੌਲੀ ਹੌਲੀ ਉਹੀ ਲੋਕ ਬਗਾਵਤ ਕਰਦੇ ਆ ਤੇ ਇੱਕ ਨਵੀਂ ਧਾਰਾ 'ਚ ਬਹਿ ਪੈਂਦੇ ਆ। ਪੰਜਾਬ ਦੇ ਵਿੱਚ ਵੀ ਜੇਕਰ ਤੁਸੀਂ ਕੋਰ ਵੋਟਰ ਦੀ ਗੱਲ ਕਰਦੇ ਹੋ, ਕੋਰ ਕੇਡਰ ਦੀ ਗੱਲ ਕਰਦੇ ਹੋ, ਇੱਥੇ ਵੀ ਇੰਜ ਹੀ ਸੀ। ਲਗਭਗ ਦੋਵੇਂ ਧਿਰਾਂ ਸੱਤਾ ਨਾਲ ਇਸ ਤਰ੍ਹਾਂ ਜੁੜੀਆਂ ਸੀ, ਉੱਤਰ ਕਾਟੋ ਮੈਚੜਾਂ ਦਾ ਕਨਸੈਪਟ ਪਲਦਾ ਰਿਹਾ, ਇੱਕ ਵਾਰੀ ਉਹ ਇੱਕ ਵਾਰੀ ਉਹ, ਔਰ ਇੰਨੇ ਨਾਲ ਸੈਟੀਸਫੈਕਸ਼ਨ ਰਹੀ ਦੋਵਾਂ ਧਿਰਾਂ ਦੀ। ਇਹ ਜਿਹੜੀ ਸੱਤਾ ਨਾਲ ਜੋੜ ਕੇ ਪੋਲਿਟਿਕਸ ਨੂੰ ਇੰਨਾ ਹੀ ਅੱਗੇ ਲੈ ਆਏ ਤੇ ਜਦੋਂ ਚੇਤਨਾ ਦਾ ਪ੍ਰਵਾਹ ਹੁੰਦਾ ਹੈ, ਜਦੋਂ ਬਗਾਵਤ ਹੁੰਦੀ ਹੈ, ਜਦੋਂ ਕਿਸਾਨੀ ਅੰਦੋਲਨ ਦੇ ਰੂਪ ਦੇ ਵਿੱਚ ਲੋਕਾਂ ਨੂੰ ਇਹ ਚੇਟਕ ਲੱਗਦੀ ਆ ਤੇ ਸਾਰਿਆਂ ਨੂੰ ਰੱਦ ਕਰਨ ਦੀ ਪ੍ਰਵਿਰਤੀ ਅੱਗੇ ਆਉਂਦੀ ਆ, ਜਦੋਂ ਲੋਕ ਸਵਾਲ ਪੁੱਛਣ ਲੱਗ ਪੈਂਦੇ ਆ, ਹਿੱਕੜਾ ਕੇ ਖੜ ਜਾਂਦੇ ਆ, ਜਦੋਂ ਚਿੱਟ ਕੱਪੜੀਏ ਸਕਾਟਸ ਦੇ ਵਿੱਚ ਘੁੰਮਣ ਵਾਲੇ ਉਹਨਾਂ ਨੂੰ ਕੁਝ ਵੀ ਨਹੀਂ ਲੱਗਦੇ, ਤੇ ਫਿਰ ਸਾਡੇ ਕੋਲ ਅੱਜ ਦਾ ਦਿਨ ਆਉਂਦਾ। ਇਹਦੇ ਵਿੱਚ ਚੇਤਨਾ ਨੇ, ਐਜੂਕੇਸ਼ਨ ਨੇ ਬਹੁਤ ਵੱਡਾ ਕੰਮ ਤਾਂ ਕੀਤਾ, ਲੇਕਿਨ ਉਹਦੇ ਨਾਲ ਨਾਲ ਉਹ ਨਵੀਂ ਸਕੂਲਿੰਗ ਦੇ ਰੂਪ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ, ਜਿਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚੋਂ ਬਣੇ ਹੋਏ ਆਗੂ ਨਿਕਲਦੇ ਹੁੰਦੇ ਸੀ, ਸਟੂਡੈਂਟ ਯੂਨੀਅਨਸ ਦੇ ਵਿੱਚੋਂ, ਕਾਮਰੇਡਾਂ ਦੇ ਵਿੱਚੋਂ ਹੌਲੀ ਹੌਲੀ ਇੱਕ ਆਪਣੇ ਆਪ ਹੀ ਲੀਡਰਸ਼ਿਪ ਡਿਵੈਲਪ ਹੋਈ ਹੁੰਦੀ ਸੀ, ਜਿਹੜੀ ਇੱਕ ਦੀ ਜਗ੍ਹਾ ਦੂਜੇ ਦੀ ਜਗ੍ਹਾ ਪੀੜ੍ਹੀ ਦਰ ਪੀੜ੍ਹੀ ਸਥਾਨ ਲੈਂਦੀ ਸੀ। ਚੇਤਨਾ ਤੇ ਆਈ,
ਪਰ ਲੀਡਰਸ਼ਿਪ ਤਿਆਰ ਨਹੀਂ ਸੀ। ਇਸ ਕਰਕੇ ਕੱਚ ਘੜਨ ਰਾਜਨੀਤੀ ਨੇ ਇੱਥੇ ਸੱਤਾ ਹਥਿਆ ਲਈ ਹੈ। ਤੇ ਹੁਣ ਅੱਜ ਦੇ ਦਿਨ ਦੇ ਵਿੱਚ ਜਦੋਂ ਅਸੀਂ ਇਹ ਰੌਲੇ ਵੇਖਦੇ ਹਾਂ, ਇਹਦੇ ਤੋਂ ਬਾਅਦ ਅਜੇ ਅਸੀਂ ਸਟੇਬਲ ਨਹੀਂ ਹੋ ਸਕੇ। ਤੇ ਜਿਹੜੀਆਂ ਹੁਣ ਗੱਲਾਂ ਹੋ ਰਹੀਆਂ, ਇਹਨਾਂ ਨੂੰ ਇਸੇ ਨਜ਼ਰੀਏ ਤੋਂ ਅੱਗੇ ਵਧਾਓ ਜ਼ਰਾ। ਪਹਿਲੀ ਗੱਲ ਕਿ ਜਿਹੜਾ ਬਲਾਸਫੇਮੀ ਲਾਇਆ, ਜਿਹੜੀ ਆਪਾਂ ਹੀਰੋ ਦੀ ਗੱਲ ਕਰ ਰਹੇ ਵੀ ਇਹ ਬਣਾ ਰਹੇ ਆ ਵੀ ਅਸੀਂ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਬੇਅਦਬੀ ਵਾਸਤੇ, ਜਿਹੜੀਆਂ ਮੈਚੁਰ ਡੈਮੋਕ੍ਰੇਸੀਜ਼ ਹੈ ਉਹ ਇਸ ਇਹੋ ਜਿਹੇ ਲਾਜ਼ ਦੇ ਬਿਲਕੁਲ ਅਗੇਂਸਟ ਹੈ, ਇਹਨੂੰ ਕੰਡੈਮ ਕਰਨੀ ਹੈ। ਪਾਕਿਸਤਾਨ 'ਚ ਬਹੁਤ ਸਟ੍ਰਿਕਟ ਬਲਾਸਫੇਮੀ ਲਾਜ਼ ਹੈ ਤੇ ਉਹਦੀ ਹਰ ਪਾਸੇ ਹਮੇਸ਼ਾ ਕ੍ਰਿਟਿਸਿਜ਼ਮ ਹੁੰਦਾ ਇਸੇ ਕਰਕੇ, ਔਰ ਉਹ ਮਿਸਯੂਜ਼ ਹੁੰਦਾ ਹੈ। ਇਹਦਾ ਜਿਹੜਾ ਕਾਊਂਟਰ ਹੈ ਉਹ ਸਿਰਫ ਲੀਗਲ ਨਹੀਂ ਹੈ, ਇਹ ਹੋਰ ਥਾਂ ਤੇ ਸਾਰੇ ਇਸ਼ੂਸ ਪਏ ਹੈਗੇ। ਮੈਂ ਪੰਜਾਬ ਨਾਲ ਦੇ ਬਾਰੇ ਗੱਲ ਕਹਿਣਾ ਹੁੰਦਾ ਲਗਾਤਾਰ ਹੀ ਕਿ ਇੱਕ ਜਨਰੇਸ਼ਨ ਪੰਜਾਬ ਦੀ ਜਿਹਨੇ ਲੀਡਰਸ਼ਿਪ ਅੱਗੇ ਜਿਨ੍ਹਾਂ ਚੋਂ ਨਿਕਲਣੀ ਸੀ ਉਹ ਖਤਮ ਹੋ ਗਈ। ਜਿਹੜਾ ਪੰਜਾਬ ਦੇ ਵਿੱਚ 40-50 ਹਜ਼ਾਰ ਬੰਦਾ ਮਰਿਆ ਹੈ, ਉਹਨਾਂ 'ਚ 2-4 ਐਸੇ ਲੀਡਰ ਵੀ ਹੋਣ ਸੀ ਜਿਨ੍ਹਾਂ ਨੇ ਅੱਗੇ ਵਧਣਾ ਸੀ। ਸੋ ਉਹ ਜਿਹੜਾ ਡੈਮੇਜ ਪੰਜਾਬ ਨੂੰ 15 ਸਾਲ ਦੇ ਵਾਰਿਸ 'ਚ ਕਈ ਲੈਵਲ ਤੇ ਹੋਇਆ ਹੈ, ਉਹਦਾ ਇੱਕ ਐਸਪੈਕਟ ਇਸ ਵੇਲੇ ਜਿਹੜਾ ਲੀਡਰਸ਼ਿਪ ਵੈਕਿਊਮ ਹੈ, ਮੈਂ ਉਹਨੂੰ ਗਿਣਦਾ ਹੁੰਦਾ। ਹੁਣ ਆਪਾਂ ਕਰਦੇ ਹਾਂ ਗੱਲ ਇਹਦੀ ਅਕਾਲੀ ਦਲ ਦੀ। ਝੁੰਦਾ ਕਮੇਟੀ ਨੇ 2 ਗੱਲਾਂ ਕੀਤੀਆਂ ਸੀਗੀਆਂ। ਇੱਕ ਤਾਂ ਵੇਗ ਜੀ ਗੱਲ ਕੀਤੀ ਸੀ ਕਿ ਲੀਡਰਸ਼ਿਪ ਚੇਂਜ, ਜਿਹੜਾ ਡਿਫਾਈਨ ਨਹੀਂ ਕੀਤਾ ਵੀ ਕਿਸ ਲੈਵਲ ਦੀ ਲੀਡਰਸ਼ਿਪ ਚੇਂਜ ਹੋਵੇ। ਦੂਸਰਾ ਉਹਦੇ 'ਚ ਰਿਕਮੈਂਡੇਸ਼ਨ ਸੀ ਕਿ ਅਕਾਲ ਤਖਤ ਤੇ ਜਾ ਕੇ ਬਰਗਾੜੀ ਦੀ ਮਾਫੀ ਮੰਗੀ ਜਾਵੇ। ਹੁਣ ਇਸ਼ੂ ਹੁਣ ਵੀ ਡਿਸਕਸ ਹੁੰਦਾ ਅਕਾਲੀ ਦਲ ਦੇ ਵਿੱਚ ਕਿ ਮਾਫੀ ਮੰਗੀ ਜਾਵੇ। ਮੈਂ ਇੱਕ ਗੱਲ ਇਨਫੋਰਮੇਸ਼ਨ ਸ਼ੇਅਰ ਕਰਦਿਆਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਜਲੰਧਰ ਇੱਕ ਮੀਟਿੰਗ ਦੇ ਵਿੱਚ ਅਕਾਲੀ ਦਲ ਦਾ ਲੀਡਰਸ਼ਿਪ, ਜਿੱਥੇ ਸੁਖਬੀਰ ਸਿੰਘ ਬਾਦਲ ਬੈਠੇ ਸੀ, ਬਿਕਰਮ ਸਿੰਘ ਮਜੀਠੀਆ ਬੈਠੇ ਸੀ, ਉੱਥੇ ਇਹ ਸੁਜੈਸਟ ਕੀਤਾ ਗਿਆ ਸੁਖਬੀਰ ਜੀ ਨੂੰ ਕਿ ਤੁਸੀਂ ਬਰਗਾੜੀ ਬਾਰੇ ਮਾਫੀ ਮੰਗ ਲਓ। ਇੰਟਰਸਟਿੰਗਲੀ ਬਿਕਰਮ ਮਜੀਠੀਆ ਐਗਰੀ ਕਰਕੇ ਕਿ ਸਾਨੂੰ ਮੰਗ ਲੈਣੀ ਚਾਹੀਦੀ ਹੈ। ਮਾਝੇ ਵਾਲੇ ਪੰਥਕ ਮਾਮਲਿਆਂ ਤੇ ਥੋੜੇ ਜਿਹੇ ਜ਼ਿਆਦਾ ਸੈਂਸਿਟਿਵ ਹੁੰਦੇ, ਲੇਕਿਨ ਉੱਥੇ ਇੱਕ ਹੋਰ ਲੀਡਰ ਨੇ ਕਿਹਾ ਵੀ ਨਹੀਂ, ਜੇ ਅਸੀਂ ਮਾਫੀ ਮੰਗਾਂਗੇ ਤੇ ਅਸੀਂ ਗਿਲਟੀ ਕਰਾਰ ਦਿੱਤੇ ਜਾਵਾਂਗੇ, ਅਸੀਂ ਆਪਣੇ ਆਪ ਮੰਨ ਲਾਂਗੇ ਅਸੀਂ ਕਸੂਰਵਾਰ ਹੈ, ਗੁਨਾਹਗਾਰ ਹੈ। ਸੋ ਗੱਲ ਉੱਥੇ ਹੀ ਖਤਮ ਹੋ ਗਈ। ਸੋ ਹੁਣ ਵੀ ਇਸ਼ੂ ਉੱਥੇ ਹੀ ਖੜਾ ਹੈ। ਗੱਲ ਸਿਆਸਤ ਦੀ ਹੈ ਜਾਂ ਨਹੀਂ ਹੈ, ਉਹ ਗੱਲ ਚੱਲੀ ਜਾਣੀ ਹੈ ਇਸ ਤਰ੍ਹਾਂ ਹੀ। ਲੇਕਿਨ ਮਾਫੀ ਮੰਗੇ ਬਿਨਾ ਅਕਾਲੀ ਦਲ ਰਿਵਾਈਵ ਨਹੀਂ ਹੁੰਦਾ। ਉਹ ਵੀ ਇਫੈਕਟਿਵ ਤਾਂ ਹੋਏਗਾ ਜੇ ਇਹ ਲੀਡਰਸ਼ਿਪ ਰਿਜ਼ਾਈਨ ਕਰੇ, ਕੋਈ ਨਵੀਂ ਲੀਡਰਸ਼ਿਪ ਆਵੇ। ਔਰ ਜਿਹੜੇ ਲੋਕ ਇਹ ਪਾਰਟੀ ਛੱਡ ਗਏ ਉਹ ਵੀ ਤਾਂ ਗੁਨਾਹਗਾਰ ਹੈ ਨਾ। ਢੀਂਡਸਾ ਜੀ ਵੀ ਤਾਂ ਗੁਨਾਹਗਾਰ ਹੈ, ਉਹ ਵੀ ਉਸ ਵੇਲੇ ਪਾਰਟੀ ਦਾ ਹਿੱਸਾ ਹੀ ਸੀ। ਸੋ ਇਹ ਲਾਰਜਰ ਇਸ਼ੂਜ਼ ਹੈਗੇ ਸਾਰਿਆਂ ਦੇ। ਲੇਕਿਨ ਬੇਸਿਕ ਇਹ ਹੈ ਕਿ ਕੀ ਅਕਾਲੀ ਦਲ ਇਸ ਸਿਚੁਏਸ਼ਨ ਦੇ ਵਿੱਚ ਰਿਵਾਈਵ ਹੋ ਸਕਦਾ ਹੈ। ਜੇ ਉਹ ਕਹਿ ਰਹੇ ਆ ਕਿ ਸਿਆਸਤ ਹੈ, ਸਿਆਸਤ ਆਪਣੀ ਥਾਂ ਤੇ ਹੈ। ਸਿਆਸਤ ਕਰਨਾ ਰੂਲਿੰਗ ਪਾਰਟੀ ਦਾ, ਆਪੋਜੀਸ਼ਨ ਦਾ ਉਹ ਬਰਥ ਰਾਈਟ ਹੈ। ਉਹਨਾਂ ਦਾ ਵੀ ਰਾਈਟ ਸੀ, ਉਹ ਵੀ ਜਦੋਂ ਸੱਤਾ ਸੀ ਉਹਨਾਂ ਨੇ ਵੀ ਸਿਆਸਤ ਹੀ ਕੀਤੀ। ਇਸੇ ਕਰਕੇ ਇਹ ਸਿਚੁਏਸ਼ਨ ਇੱਥੇ ਤੱਕ ਪਹੁੰਚੀ ਹੈ। ਸੋ ਉਹ ਵੱਖਰਾ ਇਸ਼ੂ ਹੈ। ਲੇਕਿਨ ਗੱਲ ਇਹ ਕਿ ਆ ਪਾਰਟੀ ਰਿਵਾਈਵ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਅੱਜ ਦੀ ਸਿਚੁਏਸ਼ਨ ਦੇ ਵਿੱਚ। 2024 ਸਾਹਮਣੇ ਆ ਰਿਹਾ ਤੇ ਉਹਦੀ ਤਿਆਰੀ ਸ਼ੁਰੂ ਹੈ। ਇਹ ਨਾ ਹੋਵੇ ਕਿ ਅਕਾਲੀ ਦਲ ਦੇ ਹੋਰ ਲੀਡਰ ਵੀ ਇਸ ਸਿਚੁਏਸ਼ਨ ਦੇ ਵਿੱਚ ਪਾਰਟੀ ਛੱਡ ਕੇ ਪਾਸੇ ਹੋ ਜਾਣ। ਰਿਵਾਈਵਲ ਤਾਂ ਬੜੀ ਦੂਰ ਦੀ ਗੱਲ ਹੈ। ਸੋ ਮੈਨੂੰ ਉਹ ਪੋਸੀਬਿਲਿਟੀ ਜ਼ਿਆਦਾ ਨਜ਼ਰ ਆ ਰਹੀ ਹੈ। ਰਿਵਾਈਵਲ ਜਿਹੜੀ ਪਾਰਟੀ ਇਹ ਸੱਚ ਹੈ, ਇਹਦੀ ਪੋਸੀਬਿਲਿਟੀ ਬਹੁਤ ਘੱਟ ਹੈ। ਇਹ ਸਿਆਸਤ ਤਾਂ ਲਗਭਗ ਸ਼ੁਰੂਆਤ ਵੀ ਪੰਜਾਬ ਦੇ ਵਿੱਚ ਇੱਧਰੋਂ ਹੀ ਹੋਈ ਆ। ਖਾਸ ਤੌਰ ਤੇ ਜਿਹੜੀ ਧਰਮ ਨਾਲ ਜੁੜਦੀ ਸਿਆਸਤ ਆ, ਔਰ ਅਕਾਲੀ ਦਲ ਨੂੰ ਇਹਦੇ ਨਾਲੋਂ ਵੱਖ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ। ਉਹ ਪਾਰਟੀ ਨਿਕਲਦੀ ਇਹਦੇ ਤੋਂ। ਲੇਕਿਨ ਇਹ ਪੋਲਿਟਿਕਸ ਜੇ ਕੋਈ ਅੱਜ ਇਹਨੂੰ ਕੰਡੈਮ ਕਰੇ ਤਾਂ ਮੈਨੂੰ ਲੱਗਦਾ ਘੱਟੋ ਘੱਟ ਅਕਾਲੀ ਦਲ ਇਹਨੂੰ ਕੰਡੈਮ ਕਰਦਾ ਠੀਕ ਨਹੀਂ ਲੱਗਦਾ ਕਿ ਧਰਮਾਂ ਦੇ ਮਾਮਲੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਰਦਾਰ ਜਸਪਾਲ ਸਿੰਘ ਜੀ, ਗੱਲ ਦੀ ਲਗਾਤਾਰਤਾ ਬਣਾ ਦਿਓ। ਪਹਿਲੀ ਗੱਲ ਜਿਹੜੀ ਸਰਦਾਰ ਹਮੀਰ ਸਿੰਘ ਹੋਰਾਂ ਨੇ ਕਹੀ ਆ, ਉਹ ਵੀ ਆਪਣੇ ਆਪ ਦੇ ਵਿੱਚ ਵਜ਼ਨਦਾਰ ਹੈ ਕਿ ਇਹ ਜਿਹੜਾ ਸਾਰੇ ਦਾ ਸਾਰਾ ਢਾਂਚਾ ਜੋ ਹੁਣ ਦਿਸ ਰਿਹਾ, ਜਿਹਦੇ ਵਿੱਚ ਅਸੀਂ ਬੈਠੇ ਆ, ਇਹਨੂੰ ਮੂਲੋਂ ਰੱਦ ਕਰਨ ਦਾ ਜਿਹੜਾ ਇਹ ਪੰਜਾਬੀਆਂ ਦੇ ਹਿੱਸੇ ਵੀ ਆਇਆ। ਆਮ ਤੌਰ ਤੇ ਮੰਨਿਆ ਨਹੀਂ ਜਾਂਦਾ ਕਿਉਂਕਿ 14 ਦੇ ਵਿੱਚ ਕੇਜਰੀਵਾਲ ਸਿਰਫ ਤੇ ਸਿਰਫ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਮੈਂਬਰ ਜਿਤਾਉਣ 'ਚ ਕਾਮਯਾਬ ਹੁੰਦੇ ਆ। ਇਹਦਾ ਮਤਲਬ
ਇੱਕ ਤਾਂ ਬਗਾਵਤੀ ਜਿਹਾ ਮਾਦਾ ਹੈ, ਤੇ ਦੂਜੀ ਗੱਲ ਇਹ ਆਪਣੇ ਲੋਕਾਂ ਤੋਂ ਵੀ ਸਤੇ ਹੋਏ ਨੇ, ਸਤਾਏ ਗਏ ਨੇ ਇੰਨੇ ਕਿ ਇਹਨਾਂ ਨੂੰ ਕੋਈ ਨਾ ਕੋਈ ਰਾਹ ਚਾਹੀਦਾ, ਰਾਹ ਲੱਭ ਨਹੀਂ ਸੀ ਰਿਹਾ। ਉਹ ਇੱਕ ਪਹਿਲੂ ਵੀ ਹੈਗਾ। ਸਭ ਤੋਂ ਪਹਿਲਾਂ ਗੱਲ ਤਾਂ ਹਮੀਰ ਸਿੰਘ ਨੇ ਡਿਟੇਲ ਨਾਲ ਗੱਲ ਕੀਤੀ ਹੈ, ਮੈਂ ਉਸੇ ਨੂੰ ਸਪਲੀਮੈਂਟ ਕਰਦਾ। ਇਹ ਜਿਹੜੀ ਸਿਆਸਤ ਦੀ ਗੱਲ ਕੀਤੀ ਆ, ਆਪਾਂ ਇਹਨੂੰ ਜੇ ਕੁਆਲੀਫਾਈ ਕਰ ਲਈਏ, ਵੋਟ ਸਿਆਸਤ ਕਰਦੀਆਂ ਸਾਰੀਆਂ ਪਾਰਟੀਆਂ, ਸਿਆਸਤ ਨਹੀਂ ਕਰਦੀਆਂ, ਵੋਟ ਸਿਆਸਤ ਕਰਦੀਆਂ। ਸਿਆਸਤ ਮੈਨੂੰ ਇਹ ਲੱਗਿਆ ਸੀ ਹਮੀਰ ਸਿੰਘ ਦਾ ਮਤਲਬ ਵੀ ਸਿਆਸਤ ਤੋਂ ਮੁੱਦਿਆਂ ਦੀ ਸਿਆਸਤ, ਇਹ ਬਿਲਕੁਲ ਠੀਕ ਆ, ਮੁੱਦਿਆਂ ਦੀ ਕੋਈ ਸਿਆਸਤ ਨਹੀਂ ਕਰਦਾ, ਕੱਲੀ ਵੋਟ ਸਿਆਸਤ ਕਰਦਾ। ਤੇ ਇਸ ਕਰਕੇ ਜਿਹੜੀ ਆ ਬੇਅਦਬੀ ਦਾ ਕੇਸ ਹੈ, ਇਹਦੇ ਪਿੱਛੇ ਵੋਟ ਸਿਆਸਤ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ, ਉਹ ਵੋਟ ਸਿਆਸਤ ਹੋ ਰਹੀ ਹੈ। ਤੇ ਵੋਟ ਸਿਆਸਤੀ ਸੀ, ਜੇ ਅਸੀਂ ਦੇਈਏ ਨਵੰਬਰ 84 ਸੀ, ਉਹ ਵੀ ਵੋਟ ਸਿਆਸਤੀ, ਉਦੋਂ ਵੀ ਇਲੈਕਸ਼ਨ 84 ਦੇ ਐਂਡ ਜਾਂ 85 ਦੇ ਸ਼ੁਰੂ ਚ ਹੋਣ ਵਾਲੀ ਸੀ, ਜਿਹੜੀ ਹੋ ਗਈ ਸੀ। 84 ਦੇ ਐਂਡ ਚ ਹੀ ਕਰਾਤੀ ਸੀ, 85 ਦੇ ਸ਼ੁਰੂ ਚ ਹੋਣੀ ਸੀ, ਇਹ 1985 ਦੇ। ਇਸ ਕਰਕੇ ਵੋਟ ਸਿਆਸਤ ਨਾਲ ਹੀ ਜੁੜੀਆਂ ਹੋਈਆਂ ਇਹ ਸਾਰੀਆਂ ਗੱਲਾਂ। ਇਹ ਸਾਰਾ ਜੋ ਇਹ ਬਾਕੀ ਸਾਡੇ ਆ ਵੀ ਸਾਡਾ, ਮੈਂ ਜਦੋਂ ਕਹਿੰਦਾ ਵੀ ਅਸੀਂ ਇੱਕ ਤਰ੍ਹਾਂ ਦਾ ਲੱਗਦਾ, ਜਦੋਂ ਅਕਾਲੀ ਦਲ ਦੇ ਰਿਵਾਈਵ ਹੋਣ ਦੀ ਗੱਲ ਕਰਦੇ ਆ, ਮੈਨੂੰ ਇਹ ਲੱਗਦਾ ਜਿਵੇਂ ਵੀ ਆਰ ਫਲੋਗਿੰਗ ਦਾ ਡੈਡ ਹਾਰਸ, ਮਰੇ ਪਏ ਘੋੜੇ ਉੱਤੇ ਸ਼ਮਕਾ ਮਾਰ ਕੇ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਗੱਲਾਂ ਇਹ ਹੈ ਵੀ ਇਹ ਹੁਣ ਅਕਾਲੀ ਦਲ ਕਿਵੇਂ, ਇਹ ਇੱਕ ਸਾਰਾ ਇੱਕ ਇਹਦੇ ਚ ਬਾਦਲ ਪਾਰਟੀ ਵੱਡੀ ਬਿਜ਼ਨਸ ਫੈਮਿਲੀ ਹੈ, ਤੇ ਨਾਲ ਉਹਦੇ ਆਲੇ ਦੁਆਲੇ ਵਾਲੇ ਛੋਟੇ ਛੋਟੇ ਬਿਜ਼ਨਸਮੈਨ ਹੈ, ਛੋਟੇ ਵੱਡੇ ਸਾਰੇ ਹੈਗੇ। ਇਸ ਕਰਕੇ ਬਿਜ਼ਨਸਮੈਨਾਂ ਦੀ ਪਾਰਟੀ ਹੈ ਜਿਹੜੀ, ਉਹ ਸਿੱਖ ਇਸ਼ੂ ਤੇ ਲੈ ਕੇ ਜਾਂ ਇਸ ਲੈ ਕੇ ਕਿਵੇਂ ਖੜੀ ਹੋਏਗੀ, ਇਹਦਾ ਮੁਸ਼ਕਲ ਹੈ। ਨਾ ਉਹ ਰੀਜਨਲ ਏਜੰਡਾ ਲੈ ਸਕਦੀ ਆ, ਨਾ ਉਹ ਬੀਜੇਪੀ ਦਾ ਸੈਂਟਰ ਇਸ਼ੂ ਛੱਡਿਆ ਉਹਨਾਂ ਨੇ ਹਜੇ ਤੱਕ, ਨਾ ਛੱਡਣ ਦੀ ਅਜੇ ਉਮੀਦ ਹੈ। ਤਾਂ ਕਿਹੜੇ ਇਸ਼ੂ ਦੇ ਉੱਤੇ ਹੋਊ, ਜਦੋਂ ਕਿ ਤੁਸੀਂ ਹਰਜਿੰਦਰ ਨੇ ਖੁਦ ਕਿਹਾ ਵੀ ਪੰਜਾਬ ਹੀ ਹੈ ਜਿਹੜਾ ਕਿ ਕੇਜਰੀਵਾਲ ਦੇ 1-2 ਬੰਦਿਆਂ ਨੂੰ, 3 ਨੂੰ ਜਿਤਾਉਂਦਾ MP ਨੂੰ। ਦੇਸ਼ ਤੋਂ ਵੱਖਰੀ ਤਸਵੀਰ ਹੈ, ਵੱਖਰੀ ਤਸਵੀਰ ਨੂੰ ਸਮਝਣ ਵੀ ਪੰਜਾਬ ਦੀ ਕਿਹੜੀ ਤਸਵੀਰ ਹੈ, ਉਹ ਤਸਵੀਰ ਲੋਕਾਂ ਦੀ ਕੀ ਆ, ਉਸ ਕਿਸਮ ਦੀ ਪੋਲਿਟਿਕਸ ਚੱਲ ਸਕਦੀ ਹੈ ਜੇ ਚਲਾਉਣਾ ਚਾਹੁੰਦੇ ਹੋਣ, ਪਰ ਇਹ ਉੱਥੇ ਆਉਣਗੇ ਨਹੀਂ। ਇਹ ਬਿਜ਼ਨਸਮੈਨ ਆ, ਸਾਰੇ ਬਿਜ਼ਨਸਮੈਨ ਦੀਆਂ ਹੀ ਗੱਲਾਂ ਕਰਦੇ ਆ, ਇਸੇ ਕਰਕੇ ਕੋਈ ਆਪਣੀ ਸਾਥ ਛੱਡ ਨਹੀਂ ਸਕਦਾ। ਪੋਲਿਟਿਕਸ ਜਿਹੜੀ ਰਿਡਿਊਸ ਹੋ ਗਈ ਆ ਸਾਰੇ ਦੇਸ਼ ਦੀ, ਮੁੱਦਿਆਂ ਦੀ ਬਜਾਏ ਇਹ ਵੋਟ ਬੈਂਕ ਦੀ ਪੋਲਿਟਿਕਸ ਹੋ ਰਹੀ ਹੈ, ਜਾਂ ਵੋਟਾਂ ਦੀ ਵੋਟ ਪੋਲਿਟਿਕਸ ਹੋ ਰਹੀ ਹੈ। ਇਹੀ ਜਿਹੜੀ ਸਾਰੀ ਗੱਲ ਦੇ ਪਿੱਛੇ ਖੜਾ ਹੈ। ਇਸੇ ਕਰਕੇ ਅਸੀਂ ਜਦੋਂ ਕਹਿੰਦੇ ਹਾਂ ਵੀ ਆ ਬੇਅਦਬੀ ਦੇ ਵਿੱਚੋਂ ਇਨਸਾਫ ਮਿਲੂ, ਇਨਸਾਫ ਦਾ ਮਤਲਬ ਕੁਝ ਵੀ ਨਹੀਂ ਹੈ, ਐਂ ਖਿੱਚਣਾ, ਇਹਦੇ ਚੋਂ ਪੋਲਿਟਿਕਸ ਕੱਢਣੀ ਕਿਹੜੀ ਆ, ਵੋਟ ਪੋਲਿਟਿਕਸ, ਨਾਟ ਦੂਜੀ। ਸਰਦਾਰ ਹਮੀਰ ਸਿੰਘ ਜੀ, ਇੱਥੇ ਪੱਟ ਤੇ ਥਾਪੀ ਮਾਰ ਕੇ ਚੱਲਣ ਵਾਲੇ ਲੋਕਾਂ ਦੇ ਪਿੱਛੇ ਲੱਗਦੇ ਆ ਪੰਜਾਬੀ। ਜਦੋਂ ਕੇਜਰੀਵਾਲ ਨੇ, ਮੈਨੂੰ ਯਾਦ ਹੈ ਕਿ ਇੰਡੀਆ ਅਗੇਂਸਟ ਕਰਪਸ਼ਨ ਬਣਾਈ ਸੀਗੀ, ਉਤੋਂ ਅੰਬਾਨੀ ਜਾਂ ਵਾਡਰੇ ਜਾਂ ਬਹੁਤ ਵੱਡੇ ਵੱਡੇ ਬੰਦਿਆਂ ਨੂੰ ਸਿੱਧਾ ਚੈਲੰਜ ਕੀਤਾ ਸੀ, ਔਰ ਉਹਨਾਂ ਦੇ ਖਿਲਾਫ ਕੰਪਲੇਂਟ ਦਰਜ ਕਰਾਈ, ਕਈ ਕੁਝ ਹੋਇਆ। ਉਸ ਤੋਂ ਬਾਅਦ ਪੰਜਾਬੀਆਂ ਨੂੰ ਲੱਗਿਆ ਦੂਰੋਂ ਬਹਿ ਕੇ, ਦੇਖੋ ਸਾਡੇ ਲੋਕ ਜਜ਼ਬਾਤੀ ਕਿੰਨੇ, ਦੂਰੋਂ ਬੈਠਿਆ ਵੀ ਆਹ ਬੰਦਾ ਇਹ ਵੱਡੇ ਨਾਲ ਪੰਗਾ ਲੈਂਦਾ। ਇਹ ਵਰਤਾਰਾ ਹੁਣ ਤੱਕ, ਇਹ ਛੋਟੇ ਛੋਟੇ ਵਰਤਾਰੇ ਦੇ ਵਿੱਚ ਆਉਂਦੇ ਆ, ਜਿੰਨੇ ਵੀ ਹੁਣ ਲੇਟੈਸਟ ਅੰਮ੍ਰਿਤਪਾਲ ਵਾਲਾ, ਵੰਗਾਰਨ ਵਾਲਿਆਂ ਦੇ ਨਾਲ ਪੰਜਾਬੀ ਖੜੇ ਹੋ ਜਾਂਦੇ ਫਾਇਦਾ ਨੁਕਸਾਨ ਸੋਚੇ ਬਿਨਾਂ। ਤੇ ਜਿਹੜੀਆਂ ਰਵਾਇਤੀ ਧਿਰਾਂ ਨੇ, ਇਹਨਾਂ ਦੇ ਵਿੱਚ ਹੁਣ ਉਹ ਜਜ਼ਬਾ ਉਹ ਬਚਿਆ ਨਹੀਂ ਵੀ ਇਹ ਲਲਕਾਰ ਕੇ ਲੜ ਸਕਣ। ਤੇ ਮੈਨੂੰ ਲੱਗਦਾ ਇਸ ਕਰਕੇ ਕਿਤੇ ਵੇਲਾ ਤਾਂ ਨਹੀਂ ਵਹਾ ਗਏ ਇਹ। ਬਾਕੀ ਰਿਵਾਈਵਲ ਤੇ ਦੂਜੇ ਸ਼ਬਦ ਨੇ, ਜਿੰਨਾ ਚਿਰ ਇਹ ਦਮ ਨਹੀਂ ਦਿਖਾਉਂਦੇ, ਤੇ ਦਮ ਦਿਖਾਉਣਾ ਔਖਾ ਹੈ। ਇਹਦਾ ਮਤਲਬ ਇਹ ਕੋਰਟਾਂ ਕਚਹਿਰੀਆਂ ਦੇ ਮਾਮਲੇ ਵੱਧਦੇ ਰਹਿਣਗੇ। ਕੱਲ ਭਗਵੰਤ ਮਾਨ ਨੇ ਆਪਣੀ ਸਪੀਚ ਵਿੱਚ ਪ੍ਰਤਾਪ ਬਾਜਵਾ ਨਾਲ ਉਲਝਦਿਆਂ ਇਹ ਗੱਲ ਕਹੀ ਸੀ, ਭਾਸ਼ਣ ਕੀਤਾ ਕਿ ਕੈਪਟਨ ਅਮਰਿੰਦਰ, ਚੰਨੀ ਤੇ ਹੋਰ ਕਈ, ਮੈਨੂੰ ਲੱਗਦਾ ਹੈ ਕਿ ਇਹ ਪੁਰਾਣੇ ਜਿੰਨੇ ਵੀ ਪ੍ਰੋਮੀਨੈਂਟ ਨੇ ਸਾਰੇ ਉਲਝ ਜਾਣਗੇ ਤੇ ਉਲਝਾ ਕੇ ਰੱਖਤੇ ਜਾਣਗੇ। ਮੈਨੂੰ ਲੱਗਦਾ ਇਹਨਾਂ ਦੀ ਹੁਣ ਸਿਆਸਤ ਬਹੁਤੀ ਜ਼ਿਆਦਾ ਬਚੀ ਕਿ ਨਹੀਂ ਬਚੀ, ਤੇ ਤੁਸੀਂ ਆਖਰੀ ਟਿੱਪਣੀ ਦੇ ਦਿਓ। ਅਸਲ ਦੇ ਵਿੱਚ ਜਿਹੜਾ ਅੰਦਰੂਨੀ ਥਾਟ ਪ੍ਰੋਸੈਸ ਹੈ ਨਾ, ਉਹ ਇਹਦੇ ਚੋਂ ਨਿਕਲਣ ਵਾਲਾ ਹੈ ਹੀ ਨਹੀਂ। ਉਹ ਹੌਲੀ ਹੌਲੀ ਚੱਲਦੇ ਸਟੈਪ ਬਾਏ ਸਟੈਪ ਵੀ ਸ਼ਾਇਦ ਨਿਕਲ ਪਾਵਾਂਗੇ ਉਹੋ ਜਿਹੇ ਕਦਮ ਆਣਾ। ਹੁਣ ਪਹਿਲਾਂ ਸੰਗਰੂਰ ਬਾਈ ਇਲੈਕਸ਼ਨ ਆ ਗਈ, ਉੱਥੇ ਤੱਕ ਡਿਲੇ ਕਰ ਲਿਆ ਸਾਰਾ, ਚਾਹੇ ਝੂਦਾ ਕਮੇਟੀ ਦੀ ਰਿਪੋਰਟ ਸੀ। ਹੁਣ ਜਲੰਧਰ ਬਾਈ ਇਲੈਕਸ਼ਨ ਆਉਣੀ ਹੈ, ਉਹਨਾਂ ਦੇ ਅੰਦਰ ਅਜੇ ਵੀ ਇਹੀ ਥਾਟ ਹੈ ਕਿ ਜਲੰਧਰ ਤਾਂ ਆਪਣੇ ਲਈ ਸ਼ੂਟੇਬਲ ਹੋਏਗਾ। ਤੁਸੀਂ ਦੇਖੋ ਮਾਝਾ ਤੇ ਇੱਕ ਵਾਰ ਆਪਾਂ ਮਾਲਵੇ ਚੋਂ ਬਿਲਕੁਲ ਉੱਡ ਗਏ ਸੀ, ਮਾਝਾ, ਦੁਆਬਾ ਤੇ ਮਾਲਵੇ ਦੀਆਂ 5-4 ਨੇ ਰਲ ਕੇ ਆਪਣੀ ਜਦੋਂ 46 ਸੀਟਾਂ ਆਈਆਂ ਸੀ, ਫਿਰ ਵੀ ਸਰਕਾਰ ਬਣਾਤੀ ਸੀ। ਤੇ ਮੈਂ ਤੁਹਾਡੇ ਉਹਨਾਂ ਦੇ ਅੰਦਰ ਦੀ ਚਰਚਾ ਦੀ ਗੱਲ ਕਰਦਾ, ਜਿਵੇਂ ਸੀਨੀਅਰ ਲੀਡਰਸ਼ਿਪ ਬੈਠ ਕੇ ਚਰਚਾ ਕਰ ਰਹੀ ਹੈ, ਤੇ ਉਹ ਕਹਿੰਦੇ ਨੇ ਵੀ ਜਲੰਧਰ ਫਸਟ ਨਹੀਂ ਤਾਂ ਸੈਕੰਡ ਤਾਂ ਵੱਟ ਤੇ ਪਏ ਆ। ਜੇ ਸੈਕੰਡ ਆ ਗਏ ਤਾਂ ਪੰਜਾਬ 'ਚ ਮੈਸੇਜ ਦੇ ਦਾਂਗੇ ਵੀ ਆਪਾਂ ਤਾਂ ਰਿਵਾਈਵ ਕਰ ਗਏ। ਤੇ
ਮਤਲਬ ਅਜੇ ਇੱਥੋਂ ਤੱਕ ਅਪਰੋਚ, ਉਹ ਜਿਹੜੇ ਕਾਰਨਾਂ ਕਰਕੇ ਤੁਸੀਂ ਡਾਊਨ ਜਾ ਰਹੇ ਹੋ, ਕੱਲੀ ਜਿੱਤ ਹਾਰ ਕਰਕੇ ਜਾ ਹੀ ਨਹੀਂ ਰਹੇ, ਇਹ ਕਾਰਨ ਤਾਂ ਡਿਸਕਸ ਹੀ ਨਹੀਂ ਹੋ ਰਿਹਾ ਪਾਰਟੀ ਦੇ ਅੰਦਰ। ਇਹਦੇ ਤੇ ਤਾਂ ਕੋਈ ਉਸ ਪੱਧਰ ਦੀ ਕੋਈ ਡਿਬੇਟ ਜਾਂ ਬਾਕੀ ਮੈਨੂੰ ਨਹੀਂ ਲੱਗਦਾ ਕਿਤੇ ਹੋ ਰਹੀ ਹੈ। ਅਜੇ ਜਲੰਧਰ ਤੁਸੀਂ 29 ਅਪ੍ਰੈਲ ਮਈ ਤੱਕ ਐਂ ਦੇਖਣਾ ਕਿ ਉਹ ਚੱਜ ਨਾਲ, ਕਿਉਂਕਿ ਬੀਐਸਪੀ ਨਾਲ ਵੀ ਹੋਏਗੀ, ਉਹਦੇ ਨੂੰ 2 ਲੱਖ ਵੋਟ ਬੀਐਸਪੀ ਨੂੰ ਪਹਿਲਾਂ ਮਿਲੀ ਸੀ, 4 ਸੀਟਾਂ ਤੇ ਆਪਾਂ ਸੈਕੰਡ ਆਏ ਆ ਅਸੈਂਬਲੀ ਦੇ ਵਿੱਚ ਵੀ, ਰਲ ਕੇ ਜੇ 4-4 ਲੱਖ ਰੁਪਏ 3.5-2 ਲੱਖ ਵੋਟ 3 ਲੱਖ ਲੈ ਕੇ ਸੈਕੰਡ ਤਾਂ ਆ ਹੀ ਜਾਵਾਂਗੇ ਨਾ, ਮੁਰ ਤਾਂ ਕੋਈ ਗੱਲ ਨਹੀਂ ਹੈ। ਔਰ ਕੋਈ ਵਿੱਚੋਂ 2-3 ਇਹ ਵੀ ਕਹਿੰਦੇ ਨੇ ਵੀ ਪ੍ਰਧਾਨ ਜੀ ਫਸਟ ਵੀ ਆ ਸਕਦੇ ਆਪਾਂ, ਐਸੀ ਤਾਂ ਕੋਈ ਗੱਲ ਨਹੀਂ ਜੇ ਕੰਮ ਕਰੀਏ। ਮਤਲਬ ਉਹ ਵਿੱਚ ਵਿਚਾਲੇ ਵਾਲੇ ਬੰਦੇ ਹੁੰਦੇ ਨਾ ਜਿਹੜੇ ਇਹੋ ਜਿਹੇ ਨੇ ਨਾਲ ਲੱਗ ਕੇ, ਜਿਹੜੇ ਬੰਦੇ ਰਿਐਲਿਟੀ ਨਹੀਂ ਉਹ ਕਰਦੇ। ਹੁਣ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਤੁਸੀਂ ਬੁਨਿਆਦੀ ਤੌਰ ਤੇ ਜਿਹੜੀਆਂ ਗੱਲਾਂ ਕਰਕੇ ਫਸੇ ਹੋ, ਰੂਟ ਕਾਜ਼ ਨਹੀਂ ਦੇਖਦੇ। ਰੂਟ ਕਾਜ਼ ਦਾ ਮਤਲਬ ਹੈ ਕਿ ਤੁਹਾਡੀ ਪੰਥਕ ਵੋਟ ਜਿਹੜੀ ਰੀਅਲੀ ਜਿਹਦੇ ਚੋਂ ਅਕਾਲੀ ਦਲ ਪੈਦਾ ਹੋਇਆ, ਤੇ ਨਾਲ ਕਿਸਾਨੀ ਵੋਟ, ਜਿਹੜਾ ਪੰਥ ਤੇ ਕਿਸਾਨੀ ਤੁਸੀਂ ਅਲੱਗ ਕਰਕੇ ਦੇਖ ਹੀ ਨਹੀਂ ਸਕਦੇ ਉਸ ਪੱਧਰ ਦੇ ਉੱਤੇ। ਤੀਜੀ ਗੱਲ, ਪੰਥ ਦੀ ਫਿਲਾਸਫੀ ਐਡੀ ਵੱਡੀ ਤੁਹਾਡੇ ਸਾਹਮਣੇ ਖੜੀ ਹੈ ਕਿ ਦੂਜੇ ਵਰਗਾਂ ਵਾਂਗ ਓਨੇ ਹੀ ਕਰਪਟ ਹੋ ਕੇ ਤੁਸੀਂ ਪ੍ਰਵਾਨ ਨਹੀਂ ਚੜ ਸਕਦੇ। ਤੁਹਾਨੂੰ ਆਪਣਾ ਕੁਝ ਉਸ ਲੈਵਲ ਤੇ ਜੇਲ੍ਹ ਜਾਣ ਲਈ ਵੀ ਤਿਆਰ ਰਹਿਣਾ ਪਊ, ਸੈਕਰੀਫਾਈਸ ਲਈ ਵੀ ਤਿਆਰ ਰਹਿਣਾ ਪਊਗਾ। ਔਰ ਜਿਹੜਾ ਬੰਦਾ ਕਰਪਟ ਹੈ ਉਹਦੇ ਗੋਡਿਆਂ 'ਚ ਪਾਣੀ ਪੈ ਜਾਂਦਾ, ਉਹ ਜੇਲ੍ਹ ਜਾਣ ਜੋਗਾ ਨਹੀਂ ਬਚਦਾ ਮੇਰੇ ਖਿਆਲ ਨਾਲ ਉਸ ਪੱਧਰ ਦੇ ਉੱਤੇ। ਹੋਣਾ ਕਿਤੇ ਚਲਾ ਜਾਏ ਪੋਲੀਟੀਕਲੀ ਜੇਲ੍ਹ 'ਚ ਨਹੀਂ ਜਾਂਦਾ ਫਿਰ ਮੋਰਚਾ ਲਾ ਕੇ। ਔਰ ਇਸੇ ਕਰਕੇ ਕਿਹਾ ਜਾਂਦਾ ਕਿ ਉਹ ਚੀਜ਼ਾਂ ਇਹਦੇ 'ਚ ਨਾ ਕਾਮਰੇਡ ਤੇ ਅਕਾਲੀ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ ਕਿਤੇ ਨਾ ਕਿਤੇ। ਜਿਵੇਂ ਬਾਬਾ ਉਹ ਕਹਿੰਦੇ ਨੇ ਵੀ ਜਿਹਦੇ ਕੋਲ ਕੁਝ ਗਵਾਉਣ ਨੂੰ ਨਹੀਂ ਨਾ, ਇਨਕਲਾਬ ਤਾਂ ਉਹ ਕਰਦਾ, ਜਿਹਨੂੰ ਐ ਹੋ ਜਾਏ ਮੇਰਾ ਆਹ ਚਲਾ ਜਾਊ, ਮੇਰਾ ਆਹ ਚਲਾ ਜਾਊ, ਮੇਰਾ ਆਹ ਚਲਾ ਜਾਊਗਾ, ਉਹਨੇ ਵੱਡੀ ਤਬਦੀਲੀ ਨਹੀਂ ਕਰਨੀ। ਇਸ ਲਈ ਅਕਾਲੀ ਦਲ ਜਿਹਨੇ ਅਮਰਜ ਹੋਣਾ ਤਾਂ ਪਾਰਟੀ ਦੀ ਲੋੜ ਹੈ। ਬਾਰ-ਬਾਰ ਆਪਾਂ ਗੱਲ ਕਰਦੇ ਆ ਰੀਜਨਲ ਪਾਰਟੀ ਦੀ ਲੋੜ। ਉਹ ਰੀਜਨਲ ਏਜੰਡਾ ਕਿਹੜਾ ਹੋਵੇ, ਉਹ ਜੀਓਗ੍ਰਾਫੀਕਲ ਲਿਮਟ ਦੀ ਪਾਰਟੀ ਨਹੀਂ, ਉਹ ਏਜੰਡੇ ਦੀ ਪਾਰਟੀ ਹੈ। ਅੱਜ ਦਾ ਏਜੰਡਾ ਫੈਡਰਲ ਸਟਰਕਚਰ 'ਚ ਕਲੈਰਿਟੀ ਵਜੋਂ ਤੁਸੀਂ ਕਿਹੜੇ ਆਨੰਦਪੁਰ ਦੇ ਮਤੇ ਤੇ ਖੜੋਗੇ, ਕਿਹੜੇ ਸਲੋਗਨ ਤੇ ਖੜੋਗੇ, ਕਿਹੜੇ ਅੰਤਰਰਾਜੀ ਜਿਹੜੇ ਝਗੜੇ ਨੇ ਉਹਦੇ ਤੇ ਤੁਸੀਂ ਅਲੱਗ ਸਟੈਂਡ ਲਓਗੇ। ਐ ਜੇ ਅਕਾਲੀ ਦਲ ਜੇ ਮਹਾਰਾਜਾ ਰਣਜੀਤ ਸਿੰਘ ਤੇ ਮਾਣ ਕਰਦਾ ਤਾਂ ਫਾਂਸੀ ਦੀ ਸਜ਼ਾ ਖਤਮ ਦਾ ਸਟੈਂਡ ਲਊਗਾ ਉਹ ਦੇਸ਼ ਤੇ ਦੁਨੀਆ ਦੇ ਵਿੱਚ। ਔਰ ਹਰ ਮਿਨੋਰਟੀ ਦੇ ਖਿਲਾਫ ਹੋ ਰਹੇ ਵਿਤਕਰੇ ਦੇ ਖਿਲਾਫ ਸਟੈਂਡ ਲਊਗਾ ਉਹ ਜੇ ਖੜੂਗਾ, ਜਦੋਂ ਵੀ ਖੜਾ ਹੋਏਗਾ, ਚਾਹੇ ਉਹ ਮੁਸਲਮ ਮਿਨੋਰਟੀ ਹੋਵੇ, ਚਾਹੇ ਉਹ ਜਿਹੜੀ ਮਰਜ਼ੀ ਮਿਨੋਰਟੀ ਹੋਵੇ। ਇਹ ਕਿਰਦਾਰ ਦੇ ਕੁਐਸਚਨ ਨੇ ਅਕਾਲੀ ਦਲ ਦੇ ਵਿੱਚ ਆਉਣ ਵਾਲੇ, ਅਪਰੋਚ ਦੇ, ਉਹਦੀ ਬੁਨਿਆਦੀ ਫਿਲਾਸਫੀ ਨਾਲ ਜੁੜੀ ਹੋਈ ਪੋਲਿਟਿਕਸ, ਪ੍ਰੈਕਟੀਕਲ ਪੋਲਿਟਿਕਸ ਦੇ ਉਧਰ ਏਜੰਡਾ ਆਏ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਥਕ ਤੇ ਸਟੈਂਡ ਕਰ ਸਕਦੀ ਹੈ। ਔਰ ਜਾਂ ਉਹ ਮਾਰ ਕੇ ਬਾਜ ਪੰਥਕ ਲੀਡਰਸ਼ਿਪ ਨੂੰ ਜਵਾਬ ਦੇ ਸਕਦੀ ਹੈ। ਉਹਨੂੰ ਜਵਾਬ ਠੋਸ ਪੰਥਕ ਪੋਲਿਟਿਕਸ ਨਾਲ ਦਿੱਤਾ ਜਾ ਸਕਦਾ। ਤੁਸੀਂ ਰੀਅਮਰਜ ਵੀ ਤਾਂ ਹੀ ਕਰ ਸਕਦੇ। ਸਰਦਾਰ ਜਗਤਾਰ, ਮੈਂ ਛੋਟੀ ਜੀ ਗੱਲ ਕਰੂੰਗਾ, ਜ਼ਿਆਦਾ ਨਹੀਂ। ਆਪਾਂ ਗੱਲ ਮੁੱਦਿਆਂ ਦੀ ਸਿਆਸਤ ਦੀ ਕਰ ਰਹੇ ਹਾਂ। ਆਪਾਂ ਇੱਕ ਭੁੱਲ ਗਏ ਡਾਕੂਮੈਂਟ, ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲ ਪਾਰਟੀ ਆਫ ਪੰਜਾਬ ਬਣਾਈ ਸੀਗੀ, ਉਹ ਵੀ ਡਾਕੂਮੈਂਟ ਪੜ੍ਹਨ ਵਾਲਾ, ਉਹਦੇ ਚ ਮੁੱਦਿਆਂ ਤੇ ਹੀ ਗੱਲ ਕੀਤੀ ਗਈ ਸੀ, ਲੇਕਿਨ ਉਹ ਗੱਲ ਅੱਗੇ ਤੁਰੀ ਹੀ ਨਹੀਂ, ਨਾ ਹੀ ਉਹ ਮੁੱਦੇ ਅੱਗੇ ਤੁਰੇ। ਮੈਂ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਨਾਲ ਇੱਕ ਐਡੀਸ਼ਨ ਕਰਦਾ। 73 ਚ ਉਹ ਮਤਾ ਪਾਸ ਹੋਇਆ ਸੀ। 77 ਦੀ ਜਿਹੜੀ ਅਕਾਲੀ ਦਲ ਦੀ ਇਲੈਕਸ਼ਨ ਸੀਗੀ, ਉਹ ਇਸ ਮੁੱਦੇ ਤੇ ਨਹੀਂ ਸੀ ਲੜੀ ਗਈ, ਕਿਤੇ ਮੈਂਸ਼ਨ ਹੀ ਨਹੀਂ ਸੀ ਮੈਨੀਫੈਸਟੋ ਦੇ ਵਿੱਚ, ਨਾ ਹੀ 1980 ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦਾ ਮੈਂਸ਼ਨ ਸੀ। ਮੈਂ ਸਿਰਫ ਇੰਨੀ ਗੱਲ ਹੀ ਕਰਨੀ ਸੀ। ਆਖਰੀ ਗੱਲ ਸਿਰਫ ਇੰਨੀ, ਮੈਂ ਇੱਕੋ ਹੀ ਗੱਲ ਇਹਦੇ ਚ ਕਰਨਾ ਕਿ ਮਨਪ੍ਰੀਤ ਬਾਦਲ ਟੋਟਲ ਸੈਂਟਰਲਿਸਟ ਤੇ ਰਾਸ਼ਟਰਵਾਦੀ ਪਾਰਟੀ ਦੇ ਏਜੰਡਾ ਲੈ ਕੇ ਚੱਲਿਆ। ਭਗਤ ਸਿੰਘ ਉਹਦਾ ਹੀਰੋ ਸੀ, ਪੰਥ ਨਹੀਂ ਸੀ। ਤੇ ਉਹਨੂੰ ਇੱਕ ਵਾਰ ਇਸੇ ਕਰਕੇ ਚੋਣਾਂ 'ਚ ਜਾਂਦਾ ਹੀ ਉਹ ਖੜ ਗਿਆ। ਇਹ ਠੀਕ ਹੈ ਕਿ ਲੋਕ ਇਹਨਾਂ ਤੋਂ ਨਾਰਾਜ਼ ਸੀ, ਇਸ ਕਰਕੇ ਨਹੀਂ, ਆਪਾਂ ਪੰਥ ਦੇ ਮੁੱਦੇ ਦੀ ਨਹੀਂ, ਮੈਂ 6% ਗੱਲ ਕਰ ਰਿਹਾ। ਪੰਥ ਦੇ ਮੁੱਦੇ ਦੀ ਨਹੀਂ ਗੱਲ ਕਰ ਰਿਹਾ, ਮੈਂ ਮੁੱਦੇ ਦੀ ਗੱਲ ਕਰ ਰਿਹਾ। ਮੁੱਦਾ ਮੈਂ ਇਸ ਕਰਕੇ ਕਹਿੰਦਾ ਪੰਜਾਬ ਨੂੰ ਪੰਥ ਦੇ ਮੁੱਦੇ ਦੇ ਦਾਇਰੇ ਦੀ ਲੋੜ ਹੈ। ਨਾਲ ਜਿਹੜੀ ਵੀ ਪਾਰਟੀ ਚੱਲੂਗੀ ਉਹਨੂੰ ਸਾਈਡਲਾਈਨ ਰੱਖ ਕੇ ਨਹੀਂ ਕੋਈ ਮੁੱਦੇ ਤੇ ਪਾਰਟੀ ਮਤਲਬ ਉਸ ਲੈਵਲ ਦੀ ਖੜੀ ਹੋ ਸਕਦੀ। ਤਾਂ ਨਹੀਂ, ਆਪ ਪੰਥ ਦੇ ਮੁੱਦੇ ਤੇ ਨਹੀਂ ਆਈ, ਭਗਤ ਸਿੰਘ ਦੇ ਨਾਂ ਤੇ ਹੀ ਜਿੱਤ ਕੇ ਆਈ ਹੈ। ਇਹ ਲੱਗਦਾ ਕਿ ਇਹਦਾ ਕੋਈ ਸਟੈਬਿਲਿਟੀ ਨਹੀਂ ਹੋਣੀ। ਮੇਰਾ ਆਮ ਆਦਮੀ ਪਾਰਟੀ ਦੋਨਾਂ ਪਾਰਟੀਆਂ ਦੀ ਰਿਜੈਕਸ਼ਨ ਚੋਂ ਨਿਕਲੀ ਹੈਗੀ। ਇਹ ਜ਼ਿਆਦਾ ਉਹਦੇ ਚੋਂ ਰਿਜੈਕਸ਼ਨ ਚੋਂ ਨਿਕਲੀ ਹੈ, ਤਾਂ ਮੁੱਦਾ ਹੀ ਨਹੀਂ ਲੈ ਕੇ ਆਈ ਹੈ, ਤਾਂ ਮੈਨੀਫੈਸਟੋ ਨਹੀਂ ਲੈ ਕੇ ਆਈ ਆਮ ਆਦਮੀ ਪਾਰਟੀ। ਤਾਂ ਕੁਛ ਨਹੀਂ, ਇਹਨੇ ਆਪਣਾ ਪ੍ਰੋਗਰਾਮ ਨਹੀਂ ਦਿੱਤਾ, ਗਰੰਟੀਆਂ ਦਿੱਤੀਆਂ ਜਿਹੜੀਆਂ ਪੋਲਿਟਿਕਸ ਨਹੀਂ ਹੁੰਦੀਆਂ। ਗਰੰਟੀਆਂ ਤਾਂ ਕਿਸੇ ਨੂੰ ਐਵੇਂ ਕਿਸੇ ਨੂੰ ਭੀਖ ਦੇਣਾ, ਡੋਨੇਸ਼ਨ ਦੇਣੀ ਵਾਲੀ ਗੱਲ ਹੁੰਦੀ ਹੈ। ਪੋਲਿਟਿਕਸ ਲੈ ਕੇ ਨਹੀਂ ਆਈ ਆਮ ਆਦਮੀ ਪਾਰਟੀ, ਇਹਦਾ ਮੈਨੀਫੈਸਟੋ ਹੀ ਨਹੀਂ ਹੈ। ਹਾਂਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸ਼ੁਕਰੀਆ।